ਇੱਕ ਨਵਾਂ ਟ੍ਰੈਂਡ ਅੱਜਕੱਲ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿੱਚ ਕਿ ਇਹ ਨੌਜਵਾਨ ਪੀੜ੍ਹੀ ਜੋ ਹੈ ਵਿਆਹ ਤੋਂ ਪਹਿਲਾਂ ਹੀ ਐਗਰੀਮੈਂਟਸ ਕਰ ਲੈਂਦੀ ਹੈਗੀ ਏ ਲਾਇਰ ਕੋਲ ਜਾ ਕੇ। ਕਲਾਇੰਟਸ ਜਿਹੜੇ ਮੇਰੇ ਕੋਲ ਆਉਂਦੇ ਨੇ ਉਹਨਾਂ ਦੇ ਪੇਰੈਂਟਸ ਨੇ ਐਕਚੁਅਲੀ ਉਹਨਾਂ ਨੂੰ ਇਨਕਰੇਜ ਕੀਤਾ। ਕਈ ਰਿਸ਼ਤੇ ਹਨ ਜਿਹੜੇ ਨਹੀਂ ਨਿਭਦੇ। ਇਹ ਇੱਕ ਕੜਵੀ ਸੱਚਾਈ ਹੈ ਆਈ ਥਿੰਕ ਜ਼ਿੰਦਗੀ ਦੀ। ਔਰ ਉਸ ਹਾਲਾਤ ਦੇ ਵਿੱਚ ਅਗਰ ਤੁਹਾਡਾ ਰਿਸ਼ਤਾ ਟੁੱਟਦਾ ਹੈ, ਜਿਹੜਾ ਕੋਰਟ ਦਾ ਖਰਚਾ ਹੈ, ਜਿਹੜੀ ਖੱਜਲ ਖੁਆਰੀ ਹੈ ਮੈਂਟਲੀ, ਮਾਨਸਿਕ ਤੌਰ ਤੇ, ਇਮੋਸ਼ਨਲੀ, ਫਾਈਨੈਂਸ਼ੀਅਲ, ਆਰਥਿਕ ਤੌਰ ਤੇ। ਪਰ ਦੂਸਰੇ ਪਾਸੇ ਇਹਦਾ ਮੁੱਖ ਕਾਰਨ ਇਹ ਵੀ ਹੈ ਕਿ ਡਾਈਵੋਰਸ ਰੇਟਸ ਵਧ ਰਹੇ ਨੇ। ਜੋ ਕੁਝ ਸਮਾਜ ਦੇ ਵਿੱਚ ਅਵੇਅਰਨੈਸ ਦਾ ਤੁਸੀਂ ਜ਼ਿਕਰ ਕੀਤਾ, ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸਭ ਕੁਝ ਤੁਹਾਡੇ ਸਾਹਮਣੇ ਆ ਜਾਂਦਾ ਹੈਗਾ। ਬਿਲਕੁਲ। ਸੋ ਉਹਦੇ ਵਿੱਚ ਕੀ ਇਹ ਡਾਈਵੋਰਸ ਰੇਟਸ ਦਾ ਵਧਣ ਦਾ ਮੇਜਰ ਕਾਰਨ ਜਿਹੜਾ ਹੈਗਾ ਉਹ ਇਹ ਐਗਰੀਮੈਂਟਸ ਦਾ ਹੈਗਾ ਜਾਂ ਕੋਈ ਹੋਰ ਕਾਰਨ ਹੋ ਸਕਦਾ? ਡਿਵੋਰਸ ਜਦੋਂ ਹੁੰਦਾ ਹੈ ਤੇ ਤਾਂ ਤੁਹਾਡੀ ਜ਼ਮੀਨ ਜਾਇਦਾਦ ਦਾ ਬਟਵਾਰਾ ਹੁੰਦਾ ਹੈ। ਆਪਾਂ ਫੋਰ ਐਗਜ਼ਾਮਪਲ ਲਾਈਫ ਇੰਸ਼ੋਰੈਂਸ ਲਈ ਦੀ ਹੈ ਜੀ, ਉਹਦਾ ਇਹ ਮਤਲਬ ਨਹੀਂ ਕਿ ਅਸੀਂ ਚਾਹੁੰਦੇ ਆ ਸਾਡੀ ਮੌਤ ਹੋ ਜਾਵੇ। ਅਸੀਂ ਇਹ ਦੋਨੋਂ ਮੰਨਦੇ ਆ ਉਹਨਾਂ ਦੀ ਵੈਲਿਊ ਅੱਜ ਦੀ ਤਰੀਕ ਦੇ ਵਿੱਚ $1 ਮਿਲੀਅਨ ਈਚ ਹੈ, ਦੈਨ ਉਹਦਾ ਅੱਧਾ ਹੋਏਗਾ। ਨੋ ਕੁਐਸਚਨਸ ਆਸਕਡ। ਫਿਰ ਮਰਨ ਤੋਂ ਬਾਅਦ ਇੰਪਲੀਮੈਂਟ ਹੋਣੀ ਹੈ ਇਹ ਜੇ ਤੁਹਾਡਾ ਰਿਸ਼ਤਾ ਟੁੱਟ ਜਾਏ ਉਹਦੇ ਵਾਸਤੇ। ਯੈਸ, ਦੈਟਸ ਵਨ ਵੇ ਟੂ ਲੁੱਕ। ਮਤਲਬ ਤੁਸੀਂ ਅਲੱਗ ਹੋ ਜਾਂਦੇ ਹੋ ਤਾਂ ਜਿਸ ਤਰ੍ਹਾਂ ਬੱਚਾ ਤੁਹਾਡਾ ਹੋ ਗਿਆ ਹੈਗਾ ਤੇ ਉਹਨੂੰ ਤੁਹਾਨੂੰ ਦੇਣਾ ਪੈਂਦਾ ਹੈਗਾ ਜੀ, ਪੈਸੇ ਦੇਣੇ ਪੈਂਦੇ ਨੇ ਲੇਡੀ ਨੂੰ ਜਾਂ ਬੰਦੇ ਨੂੰ ਜੇਕਰ ਜੋ ਵੀ ਰੱਖ ਰਿਹਾ ਹੈਗਾ। ਸੋ ਜੇ ਤੁਸੀਂ ਕਹੋਗੇ ਕਿ ਮੈਂ ਤਾਂ ਨਹੀਂ ਕੁਛ ਲੈਣਾ ਜਾਂ ਦੂਜੀ ਪਾਰਟੀ ਨੇ ਮੈਂ ਤਾਂ ਨਹੀਂ ਕੁਛ ਦੇਣਾ, ਤੁਹਾਨੂੰ ਡਿਵੋਰਸ ਨਹੀਂ ਦੇਗੀ। ਤਾਂ ਕਈ ਵਾਰੀ ਪੇਰੈਂਟਸ ਦੀ ਇਨਵੋਲਵਮੈਂਟ ਕਰਕੇ ਵੀ ਇਸ਼ੂਜ਼ ਆ ਜਾਂਦੇ ਹੈਗੇ ਨੇ ਜੀ ਕਿ ਬੱਚੇ ਤਾਂ ਸ਼ਾਇਦ ਸਹਿਮਤ ਹੋ ਜਾਣ ਕਿਸੇ ਵੀ ਚੀਜ਼ ਤੇ ਬਿਕੋਜ਼ ਉਹਨਾਂ ਦਾ ਫਰਸਟ ਐਕਸਪੀਰੀਅੰਸ ਹੈ ਸ਼ਾਇਦ। ਬਿਲਕੁਲ। ਪਰ ਮਾਂ-ਬਾਪ ਜਿਹੜੇ ਨੇ ਉਹ ਪ੍ਰੋਟੈਕਸ਼ਨ ਜਿਹੜੀ ਹੈਗੀ ਉਹ ਚਾਹੁੰਦੇ ਨੇ ਕਿ ਜੀ ਉਹਨਾਂ ਨੇ ਵੀ ਆਪਣੀ ਬੱਚੀ ਨੂੰ ਜਾਂ ਮੁੰਡੇ ਨੂੰ ਦੇਣਾ ਹੈ ਕੁਝ ਤਾਂ ਉਹ ਚੀਜ਼ ਸੇਫਗਾਰਡ ਰਵੇ, ਕਿਉਂਕਿ ਅੱਜ ਦੇ ਜ਼ਮਾਨੇ 'ਚ ਕੁਝ ਪਤਾ ਨਹੀਂ। ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਇੱਕ ਨਵਾਂ ਟ੍ਰੈਂਡ ਅੱਜਕੱਲ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿੱਚ ਕਿ ਇਹ ਦੇਖਣ ਨੂੰ ਅਸੀਂ ਦੇਖ ਰਹੇ ਹਾਂ ਕਿ ਨੌਜਵਾਨ ਪੀੜ੍ਹੀ ਜੋ ਹੈ ਵਿਆਹ ਤੋਂ ਪਹਿਲਾਂ ਹੀ ਐਗਰੀਮੈਂਟਸ ਕਰ ਲੈਂਦੀ ਹੈਗੀ ਏ ਲਾਇਰ ਕੋਲ ਜਾ ਕੇ, ਜਿਸ ਨੂੰ ਕਿ ਪ੍ਰੀ ਨਪਸ਼ਲ ਐਗਰੀਮੈਂਟ ਕਿਹਾ ਜਾਂਦਾ ਹੈ। ਕੀ ਹੈ ਇਹ, ਕਿਉਂ ਇਹ ਟ੍ਰੈਂਡ ਵਧ ਰਿਹਾ ਹੈ ਤੇ ਇਸ ਦੇ ਵਿੱਚ ਕੀ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ, ਇਸ ਦੇ ਬੈਨੀਫਿਟਸ ਨੇ ਜਾਂ ਨੁਕਸਾਨ ਨੇ। ਆਓ ਇਸ ਸੰਬੰਧ ਵਿੱਚ ਅੱਜ ਗੱਲਬਾਤ ਕਰਦੇ ਹਾਂ ਨਾਮਵਰ ਫੈਮਿਲੀ ਲਾਇਰ ਚੰਦਨ ਸਬਰਵਾਲ ਨਾਲ ਗੱਲਬਾਤ ਕਰਕੇ। ਚੰਦਨ ਜੀ, ਜੀ ਆਇਆਂ, ਵੈਲਕਮ। ਥੈਂਕ ਯੂ ਸੋ ਮਚ ਹਰਪ੍ਰੀਤ ਜੀ। ਥੈਂਕ ਯੂ। ਸੋ ਇਹ ਪ੍ਰੀ ਨਪਸ਼ਲ ਐਗਰੀਮੈਂਟਸ ਦੇ ਬਾਰੇ ਸਾਨੂੰ ਦੱਸੋ ਜੀ। ਇਹ ਟ੍ਰੈਂਡ ਜਿਹੜਾ ਵਧ ਰਿਹਾ ਹੈਗਾ ਹੈ ਇਹ ਕੀ ਚੱਲ ਰਿਹਾ? ਮੇਰੇ ਕੋਲ ਰਿਪੋਰਟਸ ਜਿਹੜੀਆਂ ਆ ਰਹੀਆਂ ਉਹਦੇ ਵਿੱਚ ਇੱਕ ਸਟੱਡੀ ਹੋਈ, ਉਹਦੇ ਵਿੱਚ ਕਿਹਾ ਜਾ ਰਿਹਾ ਜੀ ਕਿ ਮੇਨ ਸਟਰੀਮ ਵਿੱਚ ਤਾਂ ਇਹ ਬਹੁਤ ਤੇਜ਼ੀ ਨਾਲ ਗੱਲ ਫੈਲ ਰਹੀ ਹੈ, ਪਰ ਆਪਣਾ ਭਾਈਚਾਰਾ ਵੀ ਹੁਣ ਪਿੱਛੇ ਨਹੀਂ ਹੈਗਾ। ਸੋ ਯੂ ਹੈਵ ਬੀਨ ਅ ਫੈਮਿਲੀ ਲਾਇਰ ਫॉर ਅ ਲੌਂਗ ਟਾਈਮ। ਸੋ ਇਹ ਟ੍ਰੈਂਡ ਕਦੋਂ ਤੋਂ ਤੁਹਾਨੂੰ ਲੱਗ ਰਿਹਾ ਜਿਹੜਾ ਚੇਂਜ ਆ ਰਿਹਾ ਹੈ, ਕਿਉਂ ਵਧ ਰਿਹਾ ਹੈ? ਮੇਰੇ ਹਿਸਾਬ ਦੇ ਨਾਲ ਪਿਛਲੇ ਆਈ ਵਾਂਟ ਟੂ ਸੇ 6 to 7 years ਦੇ ਵਿੱਚ ਪ੍ਰੀ ਨਪਸ਼ਲ ਐਗਰੀਮੈਂਟਸ ਜਿਹੜੇ ਹੈਗੇ ਨੇ ਆਪਣੀ ਕਮਿਊਨਿਟੀ ਦੇ ਵਿੱਚ ਇਹਨਾਂ ਦੀ ਜਾਣਕਾਰੀ ਜਾਂ ਇਹਨਾਂ ਦੀ ਅਵੇਅਰਨੈਸ ਜਿਹੜੀ ਹੈ ਕਿ ਇਹ ਉਹਦੇ ਵਿੱਚ ਕਾਫੀ ਵਾਧਾ ਆਇਆ ਹੈ। ਸੋ ਪ੍ਰੀ ਨਪਸ਼ਲ ਐਗਰੀਮੈਂਟਸ ਇਹੀ ਨੇ, ਐਗਰੀਮੈਂਟ ਹੈ ਜਿਹੜਾ ਵਿਆਹ ਤੋਂ ਪਹਿਲਾਂ ਲੜਕਾ ਔਰ ਲੜਕੀ ਬਣਾਉਂਦੇ ਨੇ ਆਪਸੀ ਸਹਿਮਤੀ ਦੇ ਨਾਲ, ਰਜ਼ਾਮੰਦੀ ਦੇ ਨਾਲ, ਇੱਕ ਦੂਜੇ ਨਾਲ ਗੱਲਬਾਤ ਕਰਕੇ। ਔਰ ਆਪਣੇ ਭਾਈਚਾਰੇ ਦੇ ਵਿੱਚ ਫੈਮਲੀਜ਼ ਵੀ ਇਨਵੋਲਵ ਹੁੰਦੀਆਂ ਨੇ। ਫੈਮਲੀਜ਼ ਵੀ ਆਪਸ ਚ ਪ੍ਰੀ ਨਪਸ਼ਲ ਬਾਰੇ ਗੱਲ ਕਰਦੀਆਂ ਨੇ। ਐਂਡ ਪ੍ਰੀ ਨਪਸ਼ਲ ਐਗਰੀਮੈਂਟ ਦੇ ਵਿੱਚ ਇਹ ਲਿਖਿਆ ਜਾਂਦਾ ਹੈ ਮੋਸਟ ਆਫ ਦਾ ਟਾਈਮ ਜਿਹੜੇ ਮੇਰੇ ਕੋਲ ਆਏ ਨੇ ਕਿ ਅਗਰ ਰਿਸ਼ਤਾ ਨਹੀਂ ਨਿਭਦਾ ਜੀ ਤੇ ਪ੍ਰੋਪਰਟੀ ਜਿਹੜੀ ਹੈ, ਜ਼ਮੀਨ ਜਾਇਦਾਦ ਜਿਹੜੀ ਹੈ, ਉਹਦਾ ਬਟਵਾਰਾ ਕਿਸ ਤਰੀਕੇ ਨਾਲ ਹੋਏਗਾ। So a lot of ਜਿਹੜੀ generation ਹੈਗੀ ਹੈ, especially I want to say in their 30s ਜਿਨ੍ਹਾਂ ਦਾ ਵਿਆਹ later on ਹੋ ਰਿਹਾ ਹੈ, ਉਹਨਾਂ ਦੇ ਕੋਲ properties ਹੈ, ਹੋ ਸਕਦਾ ਉਹਨਾਂ ਦੇ companies ਬਣਾਈਆਂ ਹੋਣ ਜੀ। ਸੋ ਉਹ ਚਾਹੁੰਦੇ ਨੇ ਕਿ ਜਿਹੜੀ ਉਹਨਾਂ ਦੀ ਮਲਕੀਅਤ ਬਣ ਚੁੱਕੀ ਹੈ ਵਿਆਹ ਦੀ ਤਾਰੀਖ ਤੱਕਨ, ਉਹਨੂੰ ਉਹ ਸੇਫ ਕਰ ਸਕਣ ਕਿ ਉਹ ਜਿਹੜੀ ਵੈਲਿਊ ਹੈ ਉਹਦਾ ਬਟਵਾਰਾ ਨਾ ਹੋਵੇ। ਪਰ ਵਿਆਹ ਦਾ ਤਾਂ ਜਿਹੜਾ ਫਾਊਂਡੇਸ਼ਨ ਹੀ ਹੈਗੀ ਉਹ ਇਹ ਹੈਗੀ ਹੈ ਕਿ ਜੀ ਹਸਬੈਂਡ ਵਾਈਫ ਬਾਅਦ ਦੇ ਵਿੱਚ ਜਿਹੜਾ ਇੱਕੋ ਹੀ ਹੋ ਜਾਂਦੇ ਨੇ ਜੀ। ਅਕਾਊਂਟਸ ਵੀ ਸਭ ਕੁਝ ਹੁੰਦਾ ਹੈ, ਲਾਸਿਸ, ਪ੍ਰੋਫਿਟ ਸਭ ਇਕੱਠੇ ਹੁੰਦੇ ਨੇ। ਪਰ ਇਹ ਸੋਚ ਜਿਹੜੀ ਪ੍ਰਚਲਿਤ ਹੋ ਰਹੀ ਹੈਗੀ ਹੈ ਕਿ ਜੀ ਪਹਿਲਾਂ ਹੀ ਅਸੀਂ ਇੱਕ ਐਗਰੀਮੈਂਟ ਕਰ ਲਈਏ ਕਿ ਜੋ ਕੁਝ ਵੀ ਅਸੀਂ ਬਣਾਇਆ ਹੈ, ਤੇ ਕੀ ਇਹ ਆਧਾਰ ਹੀ ਜਿਹੜਾ ਤੁਸੀਂ ਸਮਝਦੇ ਨਹੀਂ ਕਿ ਗਲਤ ਹੈਗਾ ਕਿ ਤੁਸੀਂ ਫਾਈਨੈਂਸ ਨੂੰ ਲੈ ਕੇ ਇੱਕ ਐਗਰੀਮੈਂਟ ਜਿਹੜੀ ਬਣਾ ਰਹੇ ਹੋ ਜਿਹਦੇ ਨਾਲ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਤਾਉਣਾ ਹੈਗਾ। ਸੋ
ਇਹ ਜਿਹੜੀ ਸੋਚ ਹੈਗੀ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੈਗੇ? ਜੀ ਸੋ ਇਟਸ ਕਾਊਂਟਰ ਇੰਟੂਇਟਿਵ ਰਾਈਟ ਰਾਈਟ। ਜਦੋਂ ਆਪਾਂ ਵਿਆਹ ਦੇ ਰਿਸ਼ਤੇ 'ਚ ਬੰਨ ਹੁੰਦੇ ਇੱਕ ਦੂਜੇ ਦੇ ਨਾਲ, ਤੇ ਸਾਡਾ ਜਿਹੜਾ ਮਕਸਦ ਹੈ ਕਿ ਅਸੀਂ ਆਪਣੀ ਦੋ ਜ਼ਿੰਦਗੀਆਂ ਨੂੰ ਇੱਕ ਬਣਾਉਣਾ ਹੈ ਜੀ, ਔਰ ਆਪਾਂ ਇਹਨੂੰ ਨਿਭਾਉਣਾ ਹੈ। ਰਾਈਟ। ਲੇਕਿਨ ਆਈ ਥਿੰਕ ਜੋ ਰਿਐਲਿਟੀ ਹੈ, ਜੋ ਅਸਲੀਅਤ ਹੈ, ਕਈ ਰਿਸ਼ਤੇ ਹਨ ਜਿਹੜੇ ਨਹੀਂ ਨਿਭਦੇ। ਇਹ ਇੱਕ ਕੜਵੀ ਸੱਚਾਈ ਹੈ ਆਈ ਥਿੰਕ ਜ਼ਿੰਦਗੀ ਦੀ। ਔਰ ਉਸ ਹਾਲਾਤ ਦੇ ਵਿੱਚ ਅਗਰ ਤੁਹਾਡਾ ਰਿਸ਼ਤਾ ਟੁੱਟਦਾ ਹੈ ਔਰ ਤੁਹਾਡੇ ਕੋਲ ਲੈਟਸ ਸੇ ਪ੍ਰੀ-ਨਪਚੁਅਲ ਐਗਰੀਮੈਂਟ ਨਹੀਂ ਹੈ ਜੀ, ਦੈਨ ਜਿਹੜਾ ਕੋਰਟ ਦਾ ਖਰਚਾ ਹੈ, ਜਿਹੜੀ ਖੱਜਲ ਖੁਆਰੀ ਹੈ ਓਕੇ, ਮੈਂਟਲੀ, ਮਾਨਸਿਕ ਤੌਰ ਤੇ, ਇਮੋਸ਼ਨਲੀ, ਫਾਈਨੈਂਸ਼ੀਅਲ, ਆਰਥਿਕ ਤੌਰ ਤੇ, ਉਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਅਗਰ ਤੁਹਾਡੇ ਕੋਲ ਉਹ ਕੀ ਹੁੰਦਾ ਜੀ? ਉਹਦੇ ਬਾਰੇ ਮੈਂ ਤੁਹਾਡੇ ਤੋਂ ਜਾਣਕਾਰੀ ਲੈਣਾ। ਪਰ ਕਿਆ ਉਹ ਜ਼ਮਾਨਾ, ਇਹਦਾ ਮਤਲਬ ਕਿ ਜਿੱਥੇ ਹਸਬੈਂਡ ਵਾਈਫ ਕੰਪਰੋਮਾਈਜ਼ ਕਰਕੇ ਆਪਣਾ ਜੀਵਨ ਬਿਤਾ ਲੈਂਦੇ ਸੀ, ਉਹ ਜ਼ਮਾਨਾ ਗਿਆ ਹੁਣ? I think more and more so. I think ਜੋ ਪੇਸ਼ੈਂਸ ਪਹਿਲੇ ਵਾਲੀ ਜਨਰੇਸ਼ਨ ਦੇ ਵਿੱਚ ਸੀ, ਫॉर एग्जांपल ਅਗਰ ਮੈਂ ਆਪਣੇ ਮੰਮੀ ਡੈਡੀ ਨੂੰ ਦੇਖਦੀ ਹਾਂ, ਉਹਨਾਂ ਦੀ ਜਨਰੇਸ਼ਨ ਵਿੱਚ ਜੋ ਪੇਸ਼ੈਂਸ ਸੀ ਉਹ ਖਤਮ ਹੋ ਗਈ, ਉਹ ਧੀਰੇ ਧੀਰੇ ਘਟ ਰਹੀ ਹੈ। ਰਾਈਟ। I think ਸਾਡਾ ਜ਼ਮਾਨਾ ਬਹੁਤ ਫਾਸਟ ਪੇਸਡ ਹੋ ਚੁੱਕਾ ਹੈ। ਮੈਂ ਨਹੀਂ ਕਹਿੰਦੀ ਕਿ ਸਾਰੇ ਇੰਪੇਸ਼ੈਂਟ ਨੇ, ਆਫ ਕੋਰਸ, ਬਟ ਆਈ ਥਿੰਕ ਉਹ ਜਿਹੜੀ ਇੱਕ ਕੁਆਲਿਟੀ ਹੁੰਦੀ ਹੈ ਨਾ ਰਾਈਟ, ਕਿ ਇਟਸ ਓਕੇ, ਅੱਜ ਮੈਂ ਚੁੱਪ ਕਰ ਜਾ, ਮੈਂ ਨਹੀਂ ਬੋਲਣਾ, ਇਟਸ ਓਕੇ, ਜਾਂ ਚੀਜ਼ਾਂ ਨੂੰ ਭੁਲਾ ਦੇਣਾ, ਉਹ ਜਿਹੜੀ ਪੇਸ਼ੈਂਸ ਵਾਲੀ ਕੁਆਲਿਟੀ ਹੈ ਉਹ ਵਾਲੀ ਨਹੀਂ ਰਹੀ ਜੋ ਪਹਿਲੇ ਸੀ। ਰਾਈਟ। ਐਂਡ ਆਈ ਥਿੰਕ ਆਲਸੋ ਅੱਜ ਦੀ ਜਨਰੇਸ਼ਨ ਦੇ ਵਿੱਚ ਜਾਂ ਹੁਣ ਦੇ ਸਮੇਂ ਦੇ ਵਿੱਚ ਅਵੇਅਰਨੈਸ ਬਹੁਤ ਹੈ, ਆਪਣੇ ਕੋਲ ਇਨਫੋਰਮੇਸ਼ਨ ਬਹੁਤ ਹੈ। ਬਿਲਕੁਲ। ਸੋ ਦੇ ਆਰ ਪ੍ਰੀਪੇਅਰਿੰਗ ਦੈਮਸੈਲਫ ਫॉर द वर्स्ट ਬਿਫੋਰ ਹੈਂਡ ਓਨਲੀ। ਜਦ ਕਿ ਅਸੀਂ ਇਹ ਦੇਖਦੇ ਹਾਂ ਕਿ ਆਪਣੇ ਭਾਈਚਾਰੇ 'ਚ ਤਾਂ ਕਿਸੇ ਕੋਲ ਪੈਸੇ ਵੀ ਤੁਸੀਂ ਟ੍ਰੇਡ ਕਰ ਰਹੇ ਹੋ ਕੁਝ, ਜਾਂ ਤੁਸੀਂ ਕੋਈ ਕੰਮ ਕਰ ਰਹੇ ਹੋ, ਤਦ ਵੀ ਤੁਹਾਨੂੰ ਸ਼ਰਮ ਜੀ ਆਉਂਦੀ ਹੈ ਦੱਸਦੇ ਹੋਏ ਕਿ ਜੀ ਮੈਂ ਕਿੰਨੇ ਚਾਰਜ ਕਰਾਂਗਾ ਜਾਂ ਕਰਾਂਗੀ। ਸੋ ਇਹ ਟ੍ਰੈਂਡ ਜਿਹੜਾ ਹੁਣ ਚੇਂਜ ਹੋ ਰਿਹਾ ਬੱਚਿਆਂ ਦੇ 'ਚ, ਕਿ ਉਹ ਪਹਿਲਾਂ ਹੀ ਆਪਣਾ ਇਹ ਮਨ ਬਣਾ ਕੇ ਚੱਲ ਰਹੇ ਨੇ ਕਿ ਜੀ ਕੱਲ੍ਹ ਨੂੰ ਜੇਕਰ ਸਾਡਾ ਵਿਆਹ ਨਹੀਂ ਕਾਮਯਾਬ ਹੁੰਦਾ ਤਾਂ ਅਸੀਂ ਇਹ ਚੀਜ਼ਾਂ ਨੂੰ ਲਿਖ ਲਾਂਗੇ। ਪਰ ਦੂਸਰੇ ਪਾਸੇ ਇਹਦਾ ਮੁੱਖ ਕਾਰਨ ਇਹ ਵੀ ਹੈ ਕਿ ਡਾਈਵੋਰਸ ਰੇਟਸ ਵੱਧ ਰਹੇ ਨੇ। ਜੋ ਕੁਝ ਸਮਾਜ ਦੇ 'ਚ ਅਵੇਅਰਨੈਸ ਦਾ ਤੁਸੀਂ ਜ਼ਿਕਰ ਕੀਤਾ, ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸਭ ਕੁਝ ਤੁਹਾਡੇ ਸਾਹਮਣੇ ਆ ਜਾਂਦਾ ਹੈਗਾ। ਬਿਲਕੁਲ। ਸੋ ਉਹਦੇ ਵਿੱਚ ਕੀ ਇਹ ਡਾਈਵੋਰਸ ਰੇਟਸ ਦਾ ਵਧਣ ਦਾ ਮੇਜਰ ਕਾਰਨ ਜਿਹੜਾ ਹੈਗਾ ਉਹ ਇਹ ਐਗਰੀਮੈਂਟਸ ਦਾ ਹੈਗਾ ਜਾਂ ਕੋਈ ਹੋਰ ਕਾਰਨ ਹੋ ਸਕਦਾ? ਜੋ ਲੋਕ ਮੇਰੇ ਕੋਲ ਪ੍ਰੀ-ਨਪਚੁਅਲ ਕਰਵਾਉਣ ਆਉਂਦੇ ਨੇ, ਉਹਨਾਂ ਦੇ ਕਾਰਨ ਹੁੰਦੇ ਨੇ ਕਿ ਉਹਨਾਂ ਦੀ ਫੈਮਿਲੀ 'ਚ ਕਿਸੇ ਦਾ ਡਿਵੋਰਸ ਹੋਇਆ, ਲੈਟਸ ਸੇ, ਦੈਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਡਿਵੋਰਸ ਜਦੋਂ ਹੁੰਦਾ ਹੈ ਤੇ ਤੁਹਾਡੀ ਜ਼ਮੀਨ ਜਾਇਦਾਦ ਦਾ ਬਟਵਾਰਾ ਹੁੰਦਾ ਹੈ, ਉਹਦੀ ਪ੍ਰੋਸੈਸ ਕਿੰਨੀ ਔਖੀ ਹੈ, ਜਿੱਦਾਂ ਮੈਂ ਕਿਹਾ ਆਰਥਿਕ ਤੌਰ ਤੇ, ਮਾਨਸਿਕ ਤੌਰ ਤੇ। ਤੋ ਉਸ ਚੀਜ਼ ਤੋਂ ਬਚਣ ਵਾਸਤੇ ਜਿਹੜੇ ਤੁਹਾਡੇ ਫੈਮਿਲੀ ਦੇ ਮੈਂਬਰ ਹੁੰਦੇ ਨੇ, ਅਗਰ ਉਹਨਾਂ ਤੇ ਬੀਤੀ ਹੋਈ ਹੈ ਗੱਲ, ਤੇ ਉਹ ਖੁਦ ਸਲਾਹ ਦਿੰਦੇ ਨੇ ਬੱਚਿਆਂ ਨੂੰ ਕਿ ਤੁਸੀਂ ਪਹਿਲੇ ਐਗਰੀਮੈਂਟ ਕਰ ਲਓ। ਜਾਂ ਲਾਈਕ ਆਈ ਸੈਡ ਅਵੇਅਰਨੈਸ ਬਹੁਤ ਹੈ। And I've used this example in other instances too. ਆਪਾਂ for example life insurance ਲਈ ਦੀ ਹੈ ਜੀ, ਉਹਦਾ ਇਹ ਮਤਲਬ ਨਹੀਂ ਕਿ ਅਸੀਂ ਚਾਹੁੰਦੇ ਆ ਸਾਡੀ ਮੌਤ ਹੋ ਜਾਵੇ, ਜਾਂ ਆਪਾਂ disability insurance ਲੈਂਦੇ ਹਾਂ। It doesn't mean ਕਿ we're hoping this will happen, right, but it's a safety net. Basically preparing in advance. You're preparing in advance, Okay. hoping it doesn't happen. Yeah. But at least you have the the safety net ਬਿਲਕੁਲ around you. You have a safety net around you. And ਕਈ ਲੋਕ ਜਿਨ੍ਹਾਂ ਦੇ ਦੁਬਾਰਾ ਵਿਆਹ ਹੁੰਦੇ ਨੇ ਜੀ, ਉਹ ਵੀ ਮੇਰੇ ਕੋਲ ਕਾਫੀ ਆਈ ਥਿੰਕ ਤਾਦਾਦ बढ़ ਗਈ ਹੈ ਕਿ ਜਿਨ੍ਹਾਂ ਦਾ ਸੈਕੰਡ ਮੈਰਿਜ ਹੋ ਰਹੀ ਹੈ, okay, ਉਹ ਪ੍ਰੀ-ਨਪਚੁਅਲ ਕਰਵਾਉਂਦੇ ਨੇ most of the time, okay, ਕਿਉਂਕਿ ਉਹਨਾਂ ਦੇ ਸ਼ਾਇਦ ਬੱਚੇ ਵੀ ਹੋਣ from the first relationship, ਉਹਨਾਂ ਦੀ ਕੁਛ ਨਾ ਕੁਛ ਹੋਏਗਾ। they have suffered from that first ਜਿਹੜਾ ਉਹਨਾਂ ਦਾ encounter ਹੋਇਆ, ਤੇ ਉਸ ਤੋਂ ਬਾਅਦ ਉਹਨੂੰ ਥੋੜਾ ਜਿਹਾ prepare ਹੋ ਕੇ ਕੰਮ ਕਰਨਾ। ਬਿਲਕੁਲ। ਪਰ ਕੁਝ ਮਿਸਕਨਸੈਪਸ਼ਨਸ ਜਿਹੜੀਆਂ ਐਗਜ਼ਿਸਟ ਕਰਦੀਆਂ ਨੇ ਜੀ, ਉਹ ਕਿਹੜੀਆਂ ਨੇ ਐਜ਼ ਫਾਰ ਐਜ਼ ਪ੍ਰੀ-ਨਪਚੁਅਲ ਐਗਰੀਮੈਂਟਸ ਆਰ ਕੰਸਰਨਡ? ਆਈ ਥਿੰਕ ਪ੍ਰੀ-ਨਪਚੁਅਲ ਦਾ ਮੇਨ ਤੇ ਇਹੀ ਹੈ, ਆਈ ਥਿੰਕ ਜਿਹੜੀ ਇਟਸ ਹੈਜ਼ਿਟੇਸ਼ਨ ਅਰਾਊਂਡ ਕਿ ਓਕੇ ਅਸੀਂ ਇਕੱਠੇ ਹੋ ਰਹੇ ਹਾਂ, ਲੇਕਿਨ ਅਸੀਂ ਇੱਕ ਪਾਸੇ ਇਕੱਠੇ ਜੀਣ ਦੀਆਂ ਮਰਨ ਦੀਆਂ ਕਸਮਾਂ ਖਾ ਰਹੇ ਹਾਂ ਕਿ ਅਸੀਂ ਇੱਕ ਦੂਜੇ ਨਾਲ ਨਿਭਾਉਣਾ ਹੈਗਾ, ਔਰ ਦੂਸਰੇ ਤਰਫ ਤੁਸੀਂ ਇੱਕ ਐਗਰੀਮੈਂਟ ਕਰ ਰਹੇ ਹੋ ਜਿਹਦਾ ਬੇਸਿਸ ਹੀ ਇਹ ਕਿ ਰਿਸ਼ਤਾ ਟੁੱਟ ਗਿਆ ਤਾਂ। ਬਿਲਕੁਲ। ਸੋ ਆਈ ਥਿੰਕ ਉਹ ਇੱਕ ਇਟਸ ਲਾਈਕ ਅ ਮੈਂਟਲ ਆਬਸਟੀਕਲ ਆਲਮੋਸਟ that people have to get over. ਦੂਜਾ I always tell ਜਿਹੜੇ ਵੀ ਮੇਰੇ ਕੋਲ ਐਗਰੀਮੈਂਟ, ਕੋਈ ਵੀ ਐਗਰੀਮੈਂਟ ਕਰਵਾਉਣ ਆਉਂਦੇ ਨੇ,
ਕਿ ਤੁਹਾਨੂੰ ਫੁੱਲ ਅਵੇਅਰਨੈਸ ਹੋਣੀ ਚਾਹੀਦੀ ਆ ਇੱਕ ਦੂਜੇ ਕੋਲ ਕੀ ਹੈ, ਉਹ ਤੁਹਾਡੇ ਐਗਰੀਮੈਂਟ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਹੈ। ਅਦਰਵਾਈਜ਼ ਐਗਰੀਮੈਂਟ ਦਾ ਕੋਈ ਮਤਲਬ ਨਹੀਂ ਹੈ। ਅਗਰ ਤੁਸੀਂ ਛੁਪਾ ਰਹੇ ਹੋ, ਲੁਕਾ ਰਹੇ ਹੋ, ਦੈਨ ਉਹਨੂੰ ਇਨ ਦ ਫਿਊਚਰ ਉਹਦੀ ਵੈਲਿਊ ਨਹੀਂ ਰਹੇਗੀ। ਪਰ ਕੀ ਤੁਸੀਂ ਸਮਝਦੇ ਹੋ ਚੰਦਨ ਜੀ ਕਿ ਇਹ ਸਿਰਫ ਅਮੀਰਾਂ ਵਾਸਤੇ ਹੀ ਹੈਗਾ ਕਿ ਤੁਸੀਂ ਪਹਿਲਾਂ ਹੀ ਜਿਹੜੇ ਤੁਹਾਡੇ ਕੋਲ ਐਸੈਟਸ ਨੇ ਜਾਂ ਜੋ ਕੁਝ ਵੀ ਪ੍ਰਾਪਰਟੀਆਂ ਨੇ ਉਹਦੇ ਬਾਰੇ, ਡਿਵੀਜ਼ਨ ਦੇ ਬਾਰੇ, ਜਾਂ ਕਿਸ ਤਰੀਕੇ ਨਾਲ ਤੁਸੀਂ ਉਸ ਨਾਲ ਡੀਲ ਕਰੋਗੇ, ਸੋ ਕੀ ਇਹ ਸਿਰਫ ਇੱਕ ਸਿਲੈਕਟਡ ਲੋਕਾਂ ਲਈ ਨਹੀਂ ਇਹ ਸੀਮਿਤ ਰਹਿ ਗਿਆ? I think anybody ਜਿਹਦੇ ਕੋਲ ਕੋਈ ਨਾ ਕੋਈ asset ਹੈ, so it could be your RRSPs, ਰਾਈਟ, could be your pensions, employment pensions, it could be anything that you have. ਜੀ। I think ਜਿਹੜੀ ਹੁਣ ਵਾਲੀ ਜਨਰੇਸ਼ਨ ਹੈ ਇਹਦੇ ਵਿੱਚ ਵਿਆਹ ਦੀ ਏਜ ਜਿਹੜੀ ਹੈ ਉਹ ਹੁਣ ਉਹ ਨਹੀਂ ਰਹੀ ਜੋ ਪਹਿਲੇ ਸੀ। 24 ਸਾਲ 25 ਸਾਲ ਖਤਮ ਹੋ ਗਈ, ਹੁਣ 30 35 ਤੱਕ ਪਹੁੰਚ ਗਈ ਜੀ। ਔਰ ਉਸ ਦੌਰਾਨ 25 ਤੋਂ 35 ਦੇ ਵਿੱਚ ਮੋਸਟ ਪ੍ਰੋਬੇਬਲੀ ਪ੍ਰੋਫੈਸ਼ਨਲ ਬੰਦੇ ਨੇ ਲੋਕ ਜੀ, ਉਹਨਾਂ ਦੇ ਕੋਲ ਕੁਛ ਨਾ ਕੁਛ ਹੁੰਦਾ ਹੈ ਜੋ ਉਹਨਾਂ ਨੇ ਸਾਂਭ ਸਮੇਟਾ ਕੀਤਾ ਹੁੰਦਾ ਹੈ। ਸੋ ਆਈ ਥਿੰਕ ਇਟਸ ਮੋਰ ਕਾਮਨ ਫ੍ਰੈਂਕਲੀ, ਕਿਉਂਕਿ ਜਿਹੜੇ ਲੋਕ ਅੱਛੀ ਵੈਲ ਪੇਇੰਗ ਜੌਬਸ ਦੇ ਵਿੱਚ ਵੀ ਨੇ ਉਹਨਾਂ ਦੇ ਕੋਲ ਬਹੁਤ ਸਾਰੀ ਆਪਸ਼ਨਸ ਹੁੰਦੀਆਂ ਨੇ, ਲਾਈਕ there could be stocks, there could be TFSAs, there could be so many investment portfolios that people have. ਰਾਈਟ। So ਸੋ now- ਬੇਸਿਕਲੀ ਉਹ ਚੇਂਜ ਹੋ ਗਿਆ ਕਿਉਂਕਿ ਇਹੀ ਏਜ ਹੈਗੀ ਹੈ 25 ਤੋਂ 35 ਦੇ, ਜਦੋਂ ਬੰਦੇ ਨੇ ਐਸਟੈਬਲਿਸ਼ ਹੋਣਾ ਹੈ, ਕੁਝ ਨਾ ਕੁਝ ਹੀ ਇਜ਼ ਮੋਰ ਅਗਰੈਸਿਵ, ਉਸਨੇ ਕੰਮ ਕਰਨਾ ਹੈ, ਕੁਝ ਨਾ ਕੁਝ ਐਕਵਾਇਰ ਕਰਨਾ ਹੈ। ਬਿਲਕੁਲ। ਤੁਹਾਡੇ ਹਿਸਾਬ ਨਾਲ ਕੀ ਇਹ ਹਰਟ ਕਰਦੀ ਹੈ, ਹੈਲਪ ਕਰਦੀ ਹੈ ਰਿਲੇਸ਼ਨਸ਼ਿਪ ਨੂੰ? I think ਇਹ ਸੋਚਣ ਦਾ ਤਰੀਕਾ ਹੈ। For example, for me, if back then ਜਦੋਂ ਮੇਰਾ ਵਿਆਹ ਹੋਇਆ ਸੀਗਾ, ਅਗਰ ਉਸ ਟਾਈਮ ਦੀ ਸੋਚ ਦੇ ਨਾਲ ਮੈਂ ਕੰਪੇਅਰ ਕਰਦੀ ਹਾਂ, then ਮੈਂ ਵੀ hesitate. I would have hesitated, but I didn't have much when I got married. I got married in my 20s. But I think it's just a thought process. And I think ਜਿਹੜੇ educated ਵਰਗ ਹੈ ਜਾਂ even, ਜਿਨ੍ਹਾਂ ਦੇ ਕੋਲ ਕੁਛ ਹੈ, ਉਹ ਆਪਣਾ safeguard ਕਰਨਾ ਚਾਹੁੰਦੇ ਨੇ। Prenup is not so taboo anymore. ਓਕੇ, ਸੋ ਜਿਹੜਾ ਇੱਕ ਟੈਬੂ ਹੈਗਾ ਸੀ ਆਪਣੇ ਭਾਈਚਾਰੇ ਜੋ ਖਤਮ ਹੁੰਦਾ ਜਾ ਰਿਹਾ ਕਿ ਜੀ, ਪ੍ਰੀਨਪ ਕਰ ਲਓ, ਇਟਸ ਗੁੱਡ। I agree. ਔਰ ਮੈਂ ਕਈ ਕਲਾਇੰਟਸ ਜਿਹੜੇ ਮੇਰੇ ਕੋਲ ਆਉਂਦੇ ਨੇ ਉਹਨਾਂ ਦੇ ਪੇਰੈਂਟਸ ਨੇ ਐਕਚੁਅਲੀ ਉਹਨਾਂ ਨੂੰ ਇਨਕਰੇਜ ਕੀਤਾ ਹੈ, ਦੀ 올ਡਰ ਜਨਰੇਸ਼ਨ, ਕਿ ਤੁਸੀਂ ਜਾ ਕੇ ਸਲਾਹ ਲੈ ਕੇ ਆਓ ਦੋਏ ਜਾਣੇ। ਰਾਈਟ। ਪ੍ਰੀਨਪਚੁਅਲ ਕੀ ਹੁੰਦਾ ਹੈ, ਦੋਨੋਂ ਜਾਣੇ ਹੀ, ਲੜਕਾ ਔਰ ਲੜਕੀ, ਉਹਨਾਂ ਦੀ ਫੈਮਿਲੀਜ਼ ਉਹਨਾਂ ਨੂੰ ਇਨਕਰੇਜ ਕਰਦੀਆਂ, ਗੋ ਫਾਈਂਡ ਆਊਟ ਵਾਟ ਇਟ ਇਜ਼, ਉਹਦੇ ਬਾਰੇ ਜਾਣਕਾਰੀ ਲਓ। ਸੋ ਹੁਣ ਇਹਦਾ ਐਡਵਾਂਟੇਜ ਕੀ ਹੈਗਾ ਕਿ ਤੁਸੀਂ ਪਹਿਲਾਂ ਪ੍ਰੀਨਪ ਜੋ ਹੈ ਇਹ ਐਗਰੀਮੈਂਟ ਕਰ ਲਈ ਹੈਗੀ ਹੈ, ਤੇ ਜੇ ਨਾ ਕੀਤੀ ਹੋਏ ਤੇ ਬਾਅਦ ਦੇ ਵਿੱਚ ਤੁਹਾਡਾ ਰਿਸ਼ਤਾ ਟੁੱਟ ਜਾਂਦਾ ਹੈ, ਤਾਂ ਇਹਦੇ 'ਚ ਫਰਕ ਕੀ ਹੁੰਦਾ ਹੈ? ਸੋ ਜੇ ਅਗਰ ਪ੍ਰੀਨਪਚੁਅਲ ਹੈ ਦੈਨ ਇਟਸ ਅ ਕੰਟਰੈਕਟ, ਰਾਈਟ? ਉਹਦੇ 'ਚ ਲਿਖਿਆ ਹੋਏਗਾ ਕਿ ਪ੍ਰਾਪਰਟੀ A B ਹਸਬੈਂਡ ਦੀ ਹੈ, ਰਾਈਟ, ਉਹਦੀ ਹੀ ਰਹੇਗੀ। ਓਕੇ। ਪ੍ਰਾਪਰਟੀ C ਦੀ ਵਾਈਫ ਦੇ ਕੋਲ ਸੀ ਬਿਫੋਰ ਮੈਰਿਜ, ਉਹਦੀ ਹੀ ਰਹੇਗੀ। ਉਹਨਾਂ ਨੂੰ ਪਾਰਟ ਚੋਂ ਬਾਹਰ ਨੇ, ਹੁਣ ਉਹਨਾਂ ਬਾਰੇ ਆਪਾਂ ਗੱਲਬਾਤ ਨਹੀਂ ਕਰਨੀ। ਠੀਕ ਹੈ। ਜਾਂ ਅਗਰ ਵਿੱਚ ਲਿਖਿਆ ਹੋਇਆ ਹੈ ਕਿ ਓਕੇ ਪ੍ਰਾਪਰਟੀ A B C D, ਹਾਂ ਵਾਕਈ ਸਾਡੀ ਦੋਨਾਂ ਦੀ ਵੱਖਰੀ ਵੱਖਰੀ ਪ੍ਰਾਪਰਟੀ ਆ ਡੇਟ ਆਫ ਮੈਰਿਜ ਤੇ, ਲੇਕਿਨ ਅਸੀਂ ਇਹ ਦੋਨੋਂ ਮੰਨਦੇ ਆ ਉਹਨਾਂ ਦੀ ਵੈਲਿਊ ਅੱਜ ਦੀ ਤਰੀਕ ਦੇ ਵਿੱਚ $1 ਮਿਲੀਅਨ ਈਚ ਹੈ, ਉਹ $1 ਮਿਲੀਅਨ ਕਦੀ ਵੀ ਅਸੀਂ ਵੰਡਣਾ ਨਹੀਂ ਹੈ। ਅਗਰ ਕੋਈ ਇਨਕਰੀਜ਼ ਇਨ ਵੈਲਿਊ ਆਉਂਦਾ ਹੈ ਜੀ, ਤੇ ਉਹਦਾ ਅਸੀਂ ਅੱਧ ਕਰ ਲਾਂਗੇ। ਓਕੇ। ਸੋ ਡਿਫਰੈਂਟ ਆਪਸ਼ਨਸ ਹੁੰਦੀਆਂ ਨੇ ਜੀ, ਰਾਈਟ? ਪ੍ਰੀਨਪਚੁਅਲ ਦੇ ਵਿੱਚ ਆਪਾਂ ਇਹ ਵੀ ਲਿਖ ਸਕਦੇ ਹਾਂ ਕਿ ਅਗਰ ਅਸੀਂ ਇਕੱਠੇ ਕੁਝ ਲੈਣਾ ਹੈ then ਉਹਦਾ ਅੱਧਾ ਹੋਏਗਾ, no questions asked. So it gives you kind of a map, a road map. ਕਿ ਵੀ ਵਿਆਹ ਤੋਂ ਪਹਿਲਾਂ ਜੋ ਤੁਹਾਡੇ ਕੋਲ ਹੈਗਾ ਸੀ ਉਹ ਤੁਹਾਡਾ ਹੀ ਰਹੇਗਾ, ਤੇ ਜੇ ਨਹੀਂ ਕਰਦੇ ਤੇ ਬਾਅਦ ਦੇ ਵਿੱਚ ਤੁਹਾਡੀ ਪ੍ਰੋਬਲਮ ਪੈ ਜਾਂਦੀ, ਤੇ ਫਿਰ ਕੀ ਡਿਵੀਜ਼ਨ ਬਰਾਬਰ ਹੁੰਦੀ ਹੈਗੀ? Could be possibly. So even in the Family Law Act, ਉਹਦੇ ਵਿੱਚ ਵੀ excluded assets mean ਜੋ ਅਗਰ ਤੁਹਾਡੇ ਕੋਲ ਵਿਆਹ ਤੋਂ ਪਹਿਲੇ ਲੈਟਸ ਸੇ RRSP ਆ, ਉਹਦੇ 'ਚ ਤੁਹਾਡੇ ਕੋਲ $50,000 ਤੁਸੀਂ ਜਮ੍ਹਾਂ ਕੀਤੇ ਹੋਏ ਨੇ, ਤੁਸੀਂ ਉਹ ਸਟੇਟਮੈਂਟ ਵਿਖਾ ਕੇ ਕੋਰਟ ਨੂੰ ਕਹਿ ਸਕਦੇ ਹੋ ਕਿ ਦੇਖੋ ਮੇਰੇ ਪਾਸ ਸੀ, ਇਹ ਮੇਰੀ ਹੈ, ਇਹਦਾ ਬਟਵਾਰਾ ਨਹੀਂ ਹੋਏਗਾ। ਲੇਕਿਨ ਅਗਰ ਤੁਹਾਡੇ ਕੋਲ ਉਹ ਸਟੇਟਮੈਂਟ ਨਹੀਂ ਹੈ, ਅਗਰ ਤੁਸੀਂ ਉਹ RRSP ਵਿਦਡਰਾ ਕਰਕੇ ਲੈਟਸ ਸੇ ਘਰ ਦੇ ਵਿੱਚ ਡਾਊਨ ਪੇਮੈਂਟ ਦਿੱਤੀ, ਫਿਰ ਉਹ ਵਾਪਸ ਪਾਏ, ਦੈਨ ਤੁਹਾਡਾ ਸਪਾਊਸ could argue ਕਿ ਮੇਬੀ ਤੁਸੀਂ ਆਪਣਾ ਜਿਹੜਾ ਐਕਸਕਲੂਜਨ ਉਹ ਲੂਜ਼ ਕਰ ਦਿੱਤਾ ਹੈਗਾ। ਸੋ there's different
ਆਰਗੂਮੈਂਟਸ Okay. ਜਿਹੜੇ ਆਪਾਂ ਐਡਵਾਂਸ ਕਰ ਸਕਦੇ ਆ ਕਿ ਹਾਂ ਹੋਊਗਾ ਐਕਸਕਲੂਡਡ ਮੇਬੀ ਸੀ, ਪਰ ਤੁਹਾਨੂੰ ਉਹ ਸਾਬਿਤ ਕਰਨਾ ਪਏਗਾ ਪੇਪਰ ਟ੍ਰੇਲ ਦੇ ਨਾਲ। ਵੇਅਰ ਐਜ਼ ਇਨ ਅ ਪ੍ਰੀਨਪਚੁਅਲ ਇਟਸ ਲਾਈਕ ਅ ਸਨੈਪਸ਼ਾਟ, ਤੁਸੀਂ ਫੋਟੋ ਖਿੱਚ ਲਈ ਆ ਜੀ ਕਿ ਮੇਰੇ ਆ ਐਸੈਟਸ ਨੇ, ਆ ਮੇਰੀ ਅੱਜ ਦੀ ਤਾਰੀਖ ਦੇ ਵਿੱਚ ਮੇਰੇ ਕੋਲ ਇਹ ਹੈ, ਮੇਰੇ ਹੋਣ ਵਾਲੇ ਸਪਾਊਸ ਦੇ ਕੋਲ ਇਹ ਹੈ। ਰਾਈਟ ਉਹ ਡਾਕੂਮੈਂਟ ਇੱਕ ਇਟਸ ਲਾਈਕ ਅ ਰੋਡ ਮੈਪ, ਓਕੇ I like to think of it ਕਿ ਉਹ ਸਮਥਿੰਗ ਲਾਈਕ ਅ ਵਿਲ ਜੇ ਅਸੀਂ ਕਹਿ ਲਈ ਰਾਈਟ sort of you can say a will for ਵਿਲ ਮਰਨ ਤੋਂ ਬਾਅਦ ਇੰਪਲੀਮੈਂਟ ਹੋਣੀ ਹੈ ਇਹ ਜੇ ਤੁਹਾਡਾ ਰਿਸ਼ਤਾ to reside ਤਾਂ ਉਹਦੇ ਵਾਸਤੇ। yes, that's one way to look at it. ਵਾਟਫੁਲ ਇਨਹੈਰਿਟੈਂਸ ਫਿਰ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਮਿਲਣਾ ਹੈਗਾ ਮੇਬੀ ਫਰਮ ਦ ਗਰਲ ਸਾਈਡ ਔਰ ਫਰਮ ਦ ਬॉय ਸਾਈਡ, ਤਾਂ ਉਹ ਵੀ ਫਿਰ ਪ੍ਰੀਨਪਸ਼ੀਅਲ ਚ ਕਿਸ ਤਰ੍ਹਾਂ ਤੁਸੀਂ ਉਸ ਨੂੰ ਦੇਖਦੇ ਹੋ? you can say ਕਿ ਕੋਈ ਵੀ ਗਿਫਟ ਉਹਦੇ ਵਿੱਚ ਕਲੌਜ਼ ਪਾ ਸਕਦੇ ਹੋ ਕਿ ਅਗਰ ਲੈਟਸ ਸੇ ਮੇਰੇ ਪੇਰੈਂਟਸ ਨੇ ਮੈਨੂੰ ਕੋਈ ਗਿਫਟ ਦਿੱਤਾ ਉਹ ਮੇਰਾ ਰਹੇਗਾ, ਜੀ unless I don't know, I put it in a joint account and we use it. Right. Inheritance, Family Law Act says is excluded, and you can put that in the prenuptial too. ਉਹ clause ਹੋ ਸਕਦੀ ਹੈ ਕਿ ਜਿਹੜਾ inheritance ਹੈ ਜੋ husband ਨੂੰ ਮਿਲੇਗਾ ਉਹਦਾ ਰਹੇਗਾ, ਜੋ wife ਨੂੰ ਮਿਲੇਗਾ ਉਹਦਾ ਰਹੇਗਾ, Right. unless they want to share it with each other. ਸੋ ਤੁਹਾਡੇ ਹਿਸਾਬ ਨਾਲ ਕੀ ਵਿਦ ਯੋਰ ਐਕਸਪੀਰੀਅੰਸ ਕੀ ਜਿਹੜੀ ਤੁਹਾਨੂੰ ਇਨਹੈਰਿਟੈਂਸ ਹੈ ਸ਼ੁੱਡ ਇਟ ਬੀ ਪ੍ਰੋਟੈਕਟਡ ਬਿਫੋਰ ਮੈਰਿਜ? I think there's no harm in putting that clause in Right. in the prenuptial, because again ਤੁਹਾਡੀ ਜਿਹੜੀ intention ਹੈ, understanding ਹੈ, ਉਹ capture ਹੋ ਜਾਂਦੀ ਹੈ ਇੱਕ document ਦੇ ਵਿੱਚ, ਔਰ ਤੁਸੀਂ ਦੋਨਾਂ ਨੇ ਹੀ ਵਕੀਲ ਦੇ ਕੋਲੋਂ ਸਲਾਹ ਲੈ ਕੇ ਉਸ document ਤੇ ਸਾਈਨ ਕੀਤੇ ਆ। So again, like a snapshot ਕਿ ਅਸੀਂ ਇਹ ਸੋਚ ਰਹੇ ਸੀ, ਇਹ ਸਾਡੀ meeting of the minds ਇਹ ਸੀ ਰਾਈਟ ਉਸ ਵਕਤ। ਓਕੇ, ਕਿਉਂਕਿ ਤੁਸੀਂ ਡੀਲ ਕਰਦੇ ਹੋ ਜੀ ਰੋਜ਼, ਤੁਸੀਂ ਇਹਨਾਂ ਕੇਸਿਸ ਨਾਲ ਡੀਲ ਕਰਦੇ ਹੋ, ਥੋੜਾ ਜਿਹਾ ਸਾਨੂੰ ਦੱਸੋ ਕਿ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਕੋਈ ਐਸੇ ਕਿਹੜੇ ਉਹ ਕੇਸਿਸ ਹੈਗੇ ਨੇ ਜਿਨ੍ਹਾਂ 'ਚ ਕਿ ਜ਼ਿਆਦਾ ਡਿਸਪਿਊਟ ਜਿਹੜਾ ਹੈਗਾ ਪ੍ਰੀਨਪ ਦੇ ਵਿੱਚ ਆਉਂਦਾ, ਕਿਹੜੇ ਕਿਸ ਮੁੱਦੇ ਦੇ ਉੱਤੇ ਹੁੰਦਾ ਹੈ? ਪ੍ਰਾਪਰਟੀ ਨੂੰ ਲੈ ਕੇ ਹੁੰਦਾ ਹੈ ਜਾਂ ਕੋਈ ਪਾਰਟਿਕੂਲਰ ਆਰਐਸਪੀ ਜਾਂ ਕਿਸੇ ਹੋਰ ਚੀਜ਼ ਤੇ ਹੁੰਦਾ ਹੈ? I think property is a big thing. I think in the recent years, more and more so, claims against relatives. So for example, अगर घर हैगा है, mom dad ਦੇ ਨਾਮ ਤੇ ਹੈ ਲੇਕਿਨ husband wife ਉੱਥੇ ਰਹਿ ਰਹੇ ਨੇ, ਉਸ ਘਰ ਤੇ claim, Right. ਉਹਨਾਂ ਨੂੰ parties ਬਣਾਉਣਾ, those type of claims I think are on the rise. I see more and more, ਹੋਰ ਜ਼ਿਆਦਾ ਵੱਧ ਰਹੀ ਹੈ ਉਹਨਾਂ ਦੀ ਤਾਦਾਦ ਇਸ type ਦੇ। So property is ਵਨ ਮੇਜਰ major issue. ਪਰ ਇੱਕ ਹੋਰ ਇਸ਼ੂ ਜੋ ਮੈਂ ਦੇਖਦਾ ਜੀ, ਅੱਜ ਕੱਲ ਸਾਡਾ ਪਿਆਰ ਪੈਟਸ ਨਾਲ ਬਹੁਤ ਹੈਗਾ ਹੈ। ਬਿਲਕੁਲ ਜੀ। ਠੀਕ ਹੈ ਜੀ, ਖਾਸ ਤੌਰ ਤੇ ਨਵੀਂ ਜਨਰੇਸ਼ਨ ਦਾ, ਜੀ। ਕਿ ਉਹ ਵੀ ਇਹੋ ਜਿਹੀ ਵੀ ਚੀਜ਼ਾਂ ਤੁਸੀਂ ਪ੍ਰੀਨਪ ਚ ਲਿਖ ਸਕਦੇ ਹੋ ਕਿ ਜੀ ਇਹ ਮੇਰਾ ਡੌਗ ਸੀ ਜਾਂ ਕੈਟ ਸੀ ਤੇ ਬਾਅਦ ਦੇ ਵਿੱਚ ਕਿਹਦੇ ਕੋਲ ਜਾਏਗਾ? ਬਿਲਕੁਲ ਤੁਸੀਂ ਲਿਖ ਸਕਦੇ ਹੋ। ਹੁੰਦਾ ਹੈ। ਹੋ ਸਕਦਾ ਹੈ, ਬਿਲਕੁਲ ਹੋ ਸਕਦਾ ਹੈ, ਕਿਉਂਕਿ ਜਿਹੜੇ ਪੈਟਸ ਨੇ ਉਹ ਵੀ ਹੁਣ ਉਹਨਾਂ ਦੀ ਕਸਟਡੀ, they're not personal property anymore. Pets are actually looked at a separate category, Family Law Act ਦੇ ਅਧੀਨ। ਸੋ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਵਿਆਹ ਤੋਂ ਪਹਿਲਾਂ ਮੇਰਾ ਇਹ ਡੌਗੀ ਸੀ, ਮੈਨੂੰ ਲੈ ਕੇ ਜਾ ਰਹੀ ਹੈ, ਮੈਰਿਜ ਦੇ ਵਿੱਚ ਮੇਰੇ ਨਾਲ ਰਹੇਗਾ, ਅਗਰ ਸਾਡਾ ਰਿਸ਼ਤਾ ਨਹੀਂ ਨਿਭਦਾ then ਮੇਰੇ ਨਾਲ ਹੀ ਰਹੇਗਾ। ਐਬਸੋਲੂਟਲੀ ਉਹ ਵੀ ਵਿੱਚ ਲਿਖਿਆ ਜਾ ਸਕਦਾ। ਬਹੁਤ ਸਾਰੇ ਬੱਚੇ ਸਪਿਰਿਚੁਅਲ ਹੈਗੇ ਨੇ, ਰਿਲੀਜੀਅਸ ਨਹੀਂ ਮੈਂ ਕਹਾਂਗਾ, ਸਪਿਰਿਚੁਅਲ ਹੈਗੇ, ਉਹਨਾਂ ਦਾ ਟਰਸਟ ਹੈਗਾ ਕਿ ਜੀ ਇਹ ਮੈਰਿਜਸ ਆਰ ਮੇਡ ਇਨ ਹੈਵਨ ਅਸੀਂ ਕਹਿੰਦੇ ਹੈਗੇ ਆ ਜੀ, ਜੋ ਤੁਹਾਡੇ ਕੋਲ ਆਉਂਦੇ ਹੈਗੇ ਨੇ, ਉਹਨਾਂ ਨੂੰ ਫਿਰ ਤੁਸੀਂ ਕਿਵੇਂ ਐਕਸਪਲੇਨ ਕਰਦੇ ਹੋ ਕਿ ਜੀ ਇਹ ਮੁੱਦਾ ਜਿਹੜਾ ਹੈਗਾ ਜਿੱਥੇ ਤੁਸੀਂ ਇਹ ਤਾਂ ਵਿਸ਼ਵਾਸ ਕਰਦੇ ਹੋ ਕਿ ਜੀ ਮੈਰਿਜਸ ਆਰ ਮੇਡ ਇਨ ਹੈਵਨ ਬਟ ਦੇ ਹੈਵ ਟੂ ਬੀ ਇੰਪਲੀਮੈਂਟਡ ਔਨ ਦ ਸੋਇਲ ਬਾਈ ਦ ਪੀਪਲ ਦੈਮਸੈਲਵਸ, ਤਾਂ ਉਹ ਕੋਈ ਇਸ਼ੂ ਆਉਂਦਾ ਕਦੀ ਐਸਾ? ਆਈ ਥਿੰਕ ਜਿਹੜੇ ਲੋਕ ਮੇਰੇ ਕੋਲ ਆਉਂਦੇ ਨੇ ਪ੍ਰੀਨਪਚੁਅਲ ਬਣਵਾਉਣ ਵਾਸਤੇ, ਉਹਦੇ ਬਾਰੇ ਸਵਾਲ ਲੈ ਕੇ, ਉਹਨਾਂ ਦਾ ਮਨ ਆਲਰੇਡੀ ਬਣਿਆ ਹੁੰਦਾ, ਸੋ ਉਹਨਾਂ ਨੂੰ ਕਨਵਿੰਸ ਕਰਨ ਦੀ ਲੋੜ ਨਹੀਂ ਹੁੰਦੀ। ਉਹਨਾਂ ਦਾ ਆਲਰੇਡੀ ਡਿਸਕਸ਼ਨ ਹੋਏ ਹੁੰਦੇ ਆ ਵਿਦ देयर ਹੋਣੇ ਵਾਲੇ ਸਪਾਊਸ or their fiancé ਦੇ ਨਾਲ, ਐਂਡ ਲਾਈਕ ਆਈ ਸੈਡ ਐਕਚੁਅਲੀ ਫੈਮਲੀਜ਼ ਦਾ ਇੱਕ ਦੂਜੇ ਨਾਲ ਡਿਸਕਸ਼ਨ ਹੋਇਆ ਹੁੰਦਾ ਹੈ ਉਸ ਮੁੱਦੇ ਤੇ। ਸੋ ਜਿਹੜੀ ਪ੍ਰੀਨਪਚੁਅਲ ਦਾ ਡਰਾਫਟ ਹੁੰਦਾ ਹੈ ਉਹ ਫਿਆਂਸੇ ਹੀ ਨਹੀਂ, ਉਹ ਉਹਨਾਂ ਦੀ ਫੈਮਿਲੀ ਵੀ ਵੇਖੇਗੀ ਔਰ ਆਪਣੀ ਰਾਏ ਦੇਗੀ। Usually that happens as well. ਸੋ ਬੇਸਿਕਲੀ ਜਿਹੜੇ ਤੁਹਾਡੇ ਕੋਲ ਇਹ ਬੱਚੇ ਆਉਂਦੇ ਨੇ ਪਹਿਲਾਂ ਹੀ ਤਿਆਰ ਹੋ ਕੇ ਆ ਰਹੇ ਨੇ, ਤੁਹਾਨੂੰ ਉਹਨਾਂ ਨੂੰ ਪ੍ਰੀਪੇਅਰ ਨਹੀਂ ਕਰਨਾ ਪੈਂਦਾ ਕਿ ਸਪਿਰਿਚੁਅਲ ਐਸਪੈਕਟ ਜਾਂ ਹੋਰ ਜਿਹੜਾ ਐਸਪੈਕਟ ਹੈਗਾ, ਪਰ ਆ ਕੇ ਤੁਹਾਡੇ ਤੋਂ ਕੀ ਗੱਲਾਂ ਬਾਤਾਂ ਕਰਦੇ ਨੇ ਕਿ ਜੀ ਕਿਹੜੀ ਚੀਜ਼ ਜਿਹੜੀ ਹੈ ਇਸ ਨੂੰ ਜ਼ਰੂਰ ਇੰਪਲੀਮੈਂਟ ਕੀਤਾ ਜਾਏ, ਇਹ ਪਾਇਆ ਜਾਏ, ਜਾਂ ਇੱਕ ਸੈਟ ਫਾਰਮ ਹੁੰਦਾ ਹੈ ਜਿਸ ਨੂੰ ਤੁਸੀਂ ਬਣਾ ਦਿੰਦੇ ਹੋ ਤੇ ਉਸ ਤੋਂ ਬਾਅਦ ਉਹ ਸਾਈਨ ਕਰ ਦਿੰਦੇ ਨੇ? ਨਹੀਂ, ਸੋ ਸੈਟ ਫਾਰਮ ਨਹੀਂ ਹੁੰਦਾ ਜੀ। ਯੂਜੂਅਲੀ ਪ੍ਰੀਨਪਚੁਅਲ ਦੇ ਐਟ ਲੀਸਟ ਘੱਟੋ ਘੱਟ 2 ਡਰਾਫਟ ਉਹਦੇ ਬਣਦੇ ਹੀ ਬਣਦੇ ਨੇ, ਕਈ ਵਾਰੀ ਜ਼ਿਆਦਾ ਵੀ ਬਣਦੇ ਨੇ, ਕਿਉਂਕਿ
ਕਲਾਇੰਟਸ ਆ ਕੇ ਦੱਸਣਗੇ ਕਿ ਸਾਨੂੰ ਆਹ ਚੀਜ਼ ਇੰਪੋਰਟੈਂਟ ਹੈ, ਇਸ ਚੀਜ਼ ਤੇ ਸਾਡਾ ਡਿਸਕਸ਼ਨ ਹੋਇਆ ਹੈ, ਆਹ ਵਾਲੀ ਪ੍ਰਾਪਰਟੀ ਤੇ ਜਾਂ ਜੋ ਵੀ ਹੈ ਉਹਨਾਂ ਦਾ ਰਜ਼ਾਮੰਦੀ ਨਾਲ ਉਹਨਾਂ ਨੇ ਡਿਸਾਈਡ ਕੀਤਾ ਹੈ, ਉਹਦਾ ਫਿਰ ਐਗਰੀਮੈਂਟ ਬਣੇਗਾ। ਉਹ ਐਗਰੀਮੈਂਟ ਦਾ ਡਰਾਫਟ ਜਾਏਗਾ ਔਰ ਕਈ ਵਾਰ ਹੁੰਦਾ ਕਿ ਡਰਾਫਟ ਦੇ ਜਿਹੜੇ ਕਲੌਜ਼ ਨੇ ਉਹਨਾਂ ਤੇ ਫਿਰ ਕੁਝ ਕੱਢਣਾ ਹੈ, ਕੁਝ ਪਾਣਾ ਹੈ। So it changes, it can change। ਇਹ ਨਹੀਂ ਹੁੰਦਾ ਕਿ ਇੱਕ ਵਾਰੀ ਬਣਾਤਾ and that's it, ਜਾਂ ਕੋਈ ਕੱਟ ਐਂਡ ਪੇਸਟ ਵਾਲੀ ਜੌਬ ਹੈ, ਕਿਉਂਕਿ ਐਸੈਟਸ ਵੀ ਡਿਫਰੈਂਟ ਨੇ, ਲੋਕਾਂ ਦੀ ਅੰਡਰਸਟੈਂਡਿੰਗ ਵੀ ਡਿਫਰੈਂਟ ਹੈ ਕਿ ਉਹ ਕੀ ਕਰਨਾ ਚਾਹੁੰਦੇ ਨੇ ਰਾਈਟ। ਵਿਦ them। ਸੋ ਆਏ ਤੁਹਾਡੇ ਕੋਲ, ਤੁਸੀਂ ਡਰਾਫਟ ਬਣਾਇਆ, ਐਂਡ ਆਫ ਕੋਰਸ ਇਹਦੇ ਵਿੱਚ ਪੇਰੈਂਟਸ ਦੀ ਵੀ ਇਨਵੋਲਵਮੈਂਟ ਹੁੰਦੀ ਹੈਗੀ। some yes। ਤੋ ਕਈ ਵਾਰੀ ਪੇਰੈਂਟਸ ਦੀ ਇਨਵੋਲਵਮੈਂਟ ਕਰਕੇ ਵੀ ਇਸ਼ੂਜ਼ ਆ ਜਾਂਦੇ ਹੈਗੇ ਨੇ ਜੀ, ਕਿ ਬੱਚੇ ਤਾਂ ਸ਼ਾਇਦ ਸਹਿਮਤ ਹੋ ਜਾਣ ਕਿਸੇ ਵੀ ਚੀਜ਼ ਤੇ, ਬਿਕੋਜ਼ ਉਹਨਾਂ ਦਾ ਫਰਸਟ ਐਕਸਪੀਰੀਅੰਸ ਹੈ ਸ਼ਾਇਦ, ਬਿਲਕੁਲ। ਪਰ ਮਾਂ-ਬਾਪ ਜਿਹੜੇ ਨੇ ਉਹ ਪ੍ਰੋਟੈਕਸ਼ਨ ਜਿਹੜੀ ਹੈਗੀ ਉਹ ਚਾਹੁੰਦੇ ਨੇ ਕਿ ਜੀ ਉਹਨਾਂ ਨੇ ਵੀ ਆਪਣੀ ਬੱਚੀ ਨੂੰ ਜਾਂ ਮੁੰਡੇ ਨੂੰ ਦੇਣਾ ਹੈ ਕੁਝ, ਤਾਂ ਉਹ ਚੀਜ਼ ਸੇਫਗਾਰਡ ਰਵੇ, ਕਿਉਂਕਿ ਅੱਜ ਦੇ ਜ਼ਮਾਨੇ 'ਚ ਕੁਝ ਪਤਾ ਨਹੀਂ। ਬਿਲਕੁਲ। ਤੋ ਕੀ ਹੁੰਦਾ ਕੋਈ ਪੇਰੈਂਟਸ ਵਿਚਕਾਰ ਕਲੈਸ਼ ਹੁੰਦਾ ਹੈ? I don't get to see or witness that। Okay। Maybe, perhaps। Right। ਮੈਨੂੰ ਸਿਰਫ ਫੀਡਬੈਕ ਮਿਲਦੀ ਹੈ ਫਰਸਟ ਇਨੀਸ਼ੀਅਲ ਡਰਾਫਟ ਤੋਂ ਬਾਅਦ ਕਿ ਓਕੇ ਵੀ ਆਹ ਵਾਲੇ ਕਲੌਜ਼ਸ ਕੀ ਆਪਾਂ ਚੇਂਜ ਕਰ ਸਕਦੇ ਹਾਂ, Right। ਇਸ ਤਰੀਕੇ ਨਾਲ ਬਣ ਸਕਦੇ ਆ, ਸਾਡੀ ਇਹ ਡਿਸਕਸ਼ਨ ਹੋਈ ਹੈ, ਐਂਡ ਦੈਨ ਮੈਨੂੰ ਉਹ ਨਿਚੋੜ ਮਿਲਦਾ ਹੈ। ਓਕੇ, ਸੋ ਪਹਿਲਾਂ ਹੀ ਘਰਾਂ 'ਚ ਡਿਸਕਸ਼ਨ ਹੋ ਕੇ ਤੁਹਾਡੇ ਤੇ ਪਹੁੰਚਦੀ ਹੈ, ਤੇ ਫਿਰ ਤੁਸੀਂ ਜੋ ਵੀ ਹੈਗਾ ਉਸ ਨੂੰ ਸਿਰਫ ਫਰੇਮ ਕਰਦੇ ਹੋ। ਉਹਨੂੰ ਸਿਰਫ ਫਰੇਮ ਕਰਦੇ ਆ ਵਕੀਲ। ਤਾਂ ਤੁਸੀਂ ਕੀ ਬੱਚਿਆਂ ਨੂੰ ਗਾਈਡ ਵੀ ਕਰ ਸਕਦੇ ਹੈਗੇ ਹੋ? I can give my opinion। ਰਾਈਟ। right, that's my job। ਕਿ ਤੁਹਾਡੇ ਕੋਲ ਹੈ ਕਿ ਤੁਸੀਂ ਚਾਹੁੰਦੇ ਕਿ ਤੁਹਾਡਾ ਐਂਡ ਗੋਲ ਕੀ ਹੈ, ਲਾਈਕ ਤੁਹਾਡੀ ਵਿਜ਼ਨ ਕੀ ਹੈ, ਔਨ ਉਸ ਬੇਸ ਤੇ I can of course offer my legal expertise ਕਿ Right। ਮੇਬੀ ਆਪਾਂ ਆਹ ਕਲੌਜ਼ ਵੀ ਵਿੱਚ ਪਾ ਦਈਏ ਜਾਂ ਇਸ ਤਰੀਕੇ ਨਾਲ ਕਰ ਲਈਏ। ਸੋ ਇਹ ਪ੍ਰੀਨਪਸ਼ੀਅਲ ਐਗਰੀਮੈਂਟ ਹੋਣ ਦੇ ਕਾਰਨ ਬਾਅਦ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਉੱਠਦੀਆਂ ਨੇ ਪਰਿਵਾਰਾਂ ਦੇ ਵਿਚਕਾਰ, ਬੱਚਿਆਂ ਦੇ ਵਿਚਕਾਰ, ਉਹ ਖਤਮ ਹੋ ਜਾਂਦੀ ਹੈ। ਸੋ ਜੋ ਕੁਝ ਤੁਸੀਂ ਫਰੇਮ ਕੀਤਾ ਹੈ ਬਿਫੋਰ ਉਹ ਕੰਟਰੈਕਟ ਸਾਈਨ ਜੋ ਕੀਤਾ ਹੈ, ਉਹੀ ਲਾਗੂ ਹੁੰਦਾ ਹੈ ਫਿਰ। ਯੈਸ। ਤਾਂ ਫੋਰ ਐਗਜ਼ਾਮਪਲ ਪ੍ਰਾਪਰਟੀ ਹੈਗੀ ਹੈ, ਤੁਸੀਂ ਪ੍ਰੀਨਪ ਦੇ ਵਿੱਚ ਕੁਝ ਨਹੀਂ ਲਿਖਵਾਇਆ, ਨਹੀਂ ਕੁਝ ਨਹੀਂ ਕੀਤਾ, ਤੁਸੀਂ ਵਿਆਹ ਕਰ ਲਿਆ, ਉਸ ਤੋਂ ਬਾਅਦ ਤੁਹਾਡੀ ਪ੍ਰੋਬਲਮ ਪੈ ਗਈ, ਤੇ ਉਸ ਤੋਂ ਬਾਅਦ ਅਕੋਰਡਿੰਗ ਟੂ ਲਾਅ ਕੀ ਹੁੰਦਾ, ਕਿ ਉਹ ਪ੍ਰਾਪਰਟੀ ਡਿਵਾਈਡ ਹੁੰਦੀ ਇਕੁਅਲੀ ਬਿਟਵੀਨ ਦ ਸਪਾਊਸਸ, ਜਾਂ ਕੁਝ ਹੋਰ ਇਸ਼ੂਜ਼ ਜਿਹੜੇ ਨੇ ਉਹ ਸਾਹਮਣੇ ਆਉਂਦੇ ਹੈਗੇ ਨੇ? ਸਟਾਰਟਿੰਗ ਪੁਆਇੰਟ ਇਜ਼ ਕਿ 50-50। ਰਾਈਟ। ਲੇਕਿਨ ਦੇਰ ਸੋ ਮੈਨੀ ਫੈਕਟਰਸ। ਓਕੇ। ਰਾਈਟ। ਤੁਸੀਂ ਅੱਧ ਤੋਂ ਵੱਧ ਵੀ ਮੰਗ ਸਕਦੇ ਹੋ ਬੇਸਡ ਔਨ ਵੈਰਾਈਟੀ ਆਫ ਫੈਕਟਰਸ ਅੰਡਰ ਦ ਫੈਮਿਲੀ ਲਾਅ ਐਕਟ। ਐਂਡ ਦੈਨ ਇਟਸ ਡਿਪੈਂਡੈਂਟ ਔਨ ਤੁਹਾਡੀ ਸਿਚੁਏਸ਼ਨ ਕੀ ਹੈ, ਕਿਉਂ ਤੁਸੀਂ ਅੱਧ ਤੋਂ ਵੱਧ ਮੰਗ ਰਹੇ ਹੋ, ਕੀ ਤੁਸੀਂ ਜ਼ਿਆਦਾ ਪੈਸੇ ਪਾਏ ਸੀ ਡਾਊਨ ਪੇਮੈਂਟ ਦੇ ਵਿੱਚ, ਕੀ ਤੁਸੀਂ ਹੀ ਸਿਰਫ ਆਪਣੀ ਮੌਰਗੇਜ ਦੀਆਂ ਪੇਮੈਂਟਸ ਦਿੱਤੀਆਂ ਨੇ, ਮੈਨੀ ਫੈਕਟਰਸ ਰਾਈਟ। ਕਿ ਦੂਜੀ ਪਾਰਟੀ ਜਿਹੜੀ ਹੈ ਉਹਨਾਂ ਨੇ ਚਾਈਲਡ ਸਪੋਰਟ ਨਹੀਂ ਦੇਣੀ, ਇਸ ਕਰਕੇ ਤੁਸੀਂ ਜ਼ਿਆਦਾ ਮੰਗ ਰਹੇ ਹੋ, ਕਿ ਸਪਾਊਸਲ ਸਪੋਰਟ ਦਾ ਮੁੱਦਾ ਹੈਗਾ ਹੈ ਜੋ ਸਪਾਊਸਲ ਸਪੋਰਟ ਦੇ ਥਰੂ ਨਹੀਂ ਐਡਰੈਸ ਹੋਏਗਾ, ਪਰ ਤੁਹਾਨੂੰ ਘਰ 'ਚੋਂ ਜ਼ਿਆਦਾ ਹਿੱਸਾ ਮਿਲ ਜਾਏਗਾ, ਉਹਦੇ ਨਾਲ ਉਹ ਚੀਜ਼ਾਂ ਜਿਹੜੀਆਂ ਨੇ ਕਾਨੂੰਨ ਦੀਆਂ ਉਸ ਤਰੀਕੇ ਨਾਲ ਐਡਜਸਟ ਹੋ ਜਾਣਗੀਆਂ। ਸੋ ਮੈਨੀ ਫੈਕਟਰਸ ਜਿਹੜੇ ਦੇਖਦੀ ਹੈ ਕੋਰਟ। ਰਾਈਟ। ਕੀ ਇਹਦੇ 'ਚ ਇਹ ਵੀ ਪ੍ਰੀਨਪ ਤੁਸੀਂ ਐਗਰੀਮੈਂਟ ਕਰ ਸਕਦੇ ਹੋ ਕਿ ਜੀ ਜੇਕਰ ਬਾਅਦ ਦੇ ਵਿੱਚ ਤੁਹਾਡੀ ਮਤਲਬ ਤੁਸੀਂ ਅਲੱਗ ਹੋ ਜਾਂਦੇ ਹੋ, ਤਾਂ ਜਿਸ ਤਰ੍ਹਾਂ ਬੱਚਾ ਤੁਹਾਡਾ ਹੋ ਗਿਆ ਹੈਗਾ ਤੇ ਉਹਨੂੰ ਤੁਹਾਨੂੰ ਦੇਣਾ ਪੈਂਦਾ ਹੈਗਾ ਜੀ, ਪੈਸੇ ਦੇਣੇ ਪੈਂਦੇ ਨੇ ਲੇਡੀ ਨੂੰ ਜਾਂ ਬੰਦੇ ਨੂੰ, ਜੇਕਰ ਜੋ ਵੀ ਰੱਖ ਰਿਹਾ ਹੈਗਾ, ਕਿ ਇਹ ਵੀ ਪਹਿਲਾਂ ਡਿਸਾਈਡ ਹੋ ਸਕਦਾ ਹੈ ਜੀ ਅਸੀਂ ਨਹੀਂ ਦੇਣੇ, ਕਿ ਇਹ ਚੀਜ਼ ਲਾਗੂ ਹੋਣੀ ਐਲੀਮਨੀ ਜਿਹਨੂੰ ਕਹਿੰਦੇ ਆ? ਸੋ ਜਿਹੜੇ ਬੱਚਿਆਂ ਦਾ ਖਰਚਾ ਹੈ ਜਿਹਨੂੰ ਆਪਾਂ ਚਾਈਲਡ ਸਪੋਰਟ ਕਹਿੰਦੇ ਆ, ਉਹ ਬੱਚਿਆਂ ਦਾ ਹੱਕ ਹੈ। ਰਾਈਟ। ਉਹ ਤੇ ਆਪਾਂ ਨੈਗੋਸ਼ੀਏਟ ਨਹੀਂ ਕਰ ਸਕਦੇ। ਓਕੇ। ਸੋ ਜੇ ਤੁਸੀਂ ਕਹੋਗੇ ਕਿ ਮੈਂ ਤਾਂ ਨਹੀਂ ਕੁਛ ਲੈਣਾ, ਜਾਂ ਦੂਜੀ ਪਾਰਟੀ ਕਹਿੰਦੀ ਮੈਂ ਤਾਂ ਨਹੀਂ ਕੁਛ ਦੇਣਾ, ਤੁਹਾਨੂੰ ਡਿਵੋਰਸ ਨਹੀਂ ਦੇਗੀ ਕੋਰਟ। ਰਾਈਟ। ਓਕੇ। ਕੋਰਟ ਦੀ ਜੌਬ ਹੈ ਅੰਡਰ ਦ ਡਿਵੋਰਸ ਐਕਟ ਟੂ ਇਨਸ਼ੋਰ ਕਿ ਬੱਚਿਆਂ ਵਾਸਤੇ ਕੋਈ ਨਾ ਕੋਈ ਪ੍ਰਬੰਧ ਹੈ ਪੈਸਿਆਂ ਦਾ, ਉਹਨਾਂ ਦੀ ਦੇਖ ਰੇਖ ਵਾਲੇ, ਜਿੰਨੇ ਵੀ ਪੈਸੇ ਦੇਣੇ ਹੈਗੇ ਚਾਈਲਡ ਸਪੋਰਟ ਉਹ ਦੇ ਰਿਹਾ ਜਾਂ ਦੇ ਰਹੀ ਹੈ। ਸੋ ਜਦ ਤੱਕ ਉਹ ਫੈਸਲਾ ਨਹੀਂ ਹੋਏਗਾ ਤੁਹਾਨੂੰ ਡਿਵੋਰਸ ਦਾ ਆਰਡਰ ਨਹੀਂ ਦੇਗੀ ਕੋਰਟ। ਬਿਲਕੁਲ। ਇੱਕ ਕੇਸ ਹੈਗਾ ਜੀ ਬੜਾ ਫੇਮਸ ਹੋਇਆ ਸੀ, ਕਿਉਂਕਿ ਜਦੋਂ ਮਸ਼ਹੂਰ ਲੋਕਾਂ ਦੇ ਇਹੋ ਜਿਹੇ ਕੇਸਿਸ ਹੁੰਦੇ ਨੇ ਫਿਰ ਚਰਚਾ ਬਣਦੀ ਹੈ। ਇਹ ਬ੍ਰਿਟਨੀ ਸਪੀਅਰਸ ਅਤੇ ਸੈਮ ਐਸਗੈਰੀ ਦਾ ਜਿਹੜਾ ਕਿ 2023 ਦੇ ਵਿੱਚ ਇਹ ਕੇਸ ਹੋਇਆ, ਇਹਦੇ ਵਿੱਚ ਪੌਪ ਆਈਕਨ ਨੇ ਬ੍ਰਿਟਨੀ ਸਪੀਅਰਸ 60 ਮਿਲੀਅਨ ਦੀ ਇਹਨਾਂ ਦੀ ਫੋਰਚੂਨ ਜਿਹੜੀ ਹੈਗੀ ਸੀ, ਇਹਨਾਂ ਨੇ ਸੈਮ ਐਸਗੈਰੀ ਨੂੰ 2022 ਦੇ ਵਿੱਚ ਵਿਆਹ ਕਰ ਲਿਆ, ਤੇ ਪ੍ਰੀਨਪ ਨੇ ਇਨਸ਼ੋਰ ਕੀਤਾ ਸੀ ਕਿ ਬ੍ਰਿਟਨੀ ਦੇ ਜਿਹੜੇ ਐਸੈਟਸ ਹੈਗੇ ਨੇ ਉਹ ਸੈਪਰੇਟ ਰਹਿਣਗੇ। ਤੇ ਜਦੋਂ ਸੈਮ ਨੇ ਫਾਈਲ ਕੀਤਾ ਸੀ ਡਾਈਵੋਰਸ ਲਈ 14 ਮਹੀਨਿਆਂ ਬਾਅਦ, ਤਾਂ ਉਸ ਦੇ ਵਿੱਚ ਸਾਈਟ ਕੀਤੇ ਗਏ ਸੀ ਕਿ ਇਰਰਿਕਨਸੀਲੇਬਲ ਡਿਫਰੈਂਸਿਸ ਨੇ, ਤੇ ਰਿਊਮਰਡ ਇਨਫਿਡਿਲਿਟੀ ਜਿਹੜੀ ਸੀ ਬ੍ਰਿਟਨੀ ਦੀ, ਉਹਦੇ ਬਾਰੇ ਵੀ ਜ਼ਿਕਰ ਹੋਇਆ। ਤੇ ਪ੍ਰੀਨਪ ਹੈਲਡ ਰਹੀ ਫਰਮ,
ਤੇ ਪ੍ਰੀਵੈਂਟ ਕੀਤਾ ਸੈਮ ਨੂੰ ਕਿ ਉਹ ਕਲੇਮ ਨਾ ਕਰਨ ਕੋਈ ਵੀ ਫੋਰਚੂਨ ਜਿਹੜਾ ਉਹਦਾ ਹੈ। ਜੀ ਹੁਣ ਇਸ ਦੇ ਵਿੱਚ ਰਿਪੋਰਟ ਹੋਇਆ ਸੀ ਕਿ ਸੈਮ ਨੂੰ ਕੁਝ ਵੀ ਪੈਸਾ ਨਹੀਂ ਮਿਲੇਗਾ ਤੇ ਇੱਕ ਵਾਇਰਲ ਸਟੋਰੀ ਬਣ ਗਈ ਕਿਉਂਕਿ ਬ੍ਰਿਟਨੀ ਦੇ ਜਿਹੜੀ ਫੇਮ ਸੀ ਤੇ ਪ੍ਰੀਨਪ ਜਿਹੜੀ ਡਿਸਾਈਸਿਵ ਉਸਨੇ ਰੋਲ ਨਿਭਾਇਆ। ਹੁਣ ਇਹੋ ਜਿਹੇ ਵੱਡੇ ਕੇਸਿਸ ਦੇ ਵਿੱਚ ਜਿਹੜਾ ਹੈਗਾ ਜ਼ਿਆਦਾਤਰ ਹੁਣ, ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ ਕਿ ਜ਼ਿਆਦਾਤਰ ਸੈਕੰਡ ਟਾਈਮ ਜਦੋਂ ਬੰਦਾ ਵਿਆਹ ਲਈ ਜਾ ਰਿਹਾ ਤਾਂ ਉਸ ਸਮੇਂ ਇਹ ਡੈਫੀਨੇਟਲੀ ਹੁੰਦਾ ਹੈ। ਸੋ ਇਹ ਇੱਕ ਬੜਾ ਇੱਕ ਇੰਪੋਰਟੈਂਟ ਕੇਸ ਹੈ ਜੋ ਸ਼ੋਅ ਕਰਦਾ ਹੈ ਕਿ ਪ੍ਰੀਨਪ ਦੀ ਕੀ ਇੰਪੋਰਟੈਂਸ ਹੈ। ਬਿਲਕੁਲ ਜੇਕਰ ਇਹ ਨਾ ਹੋਇਆ ਹੁੰਦਾ ਤਾਂ ਉਸ ਨਾਲ ਤਾਂ ਫਿਰ ਬ੍ਰਿਟਨੀ ਸਪੀਅਰਸ ਨੂੰ ਹਾਫ ਆਪਣਾ ਦੇਣਾ ਪੈਣਾ ਸੀ ਐਸੈਟਸ। ਜੀ, ਔਰ ਕੋਰਟ ਦੇ ਵਿੱਚ ਇਹ ਗੱਲ ਕਿੰਨੀ ਲੰਬੀ ਖਿੱਚ ਹੁੰਦੀ। ਰਾਈਟ। ਹੋ ਸਕਦਾ ਉਹਨੂੰ ਸਪਾਊਸਲ ਵੀ ਮਿਲੇ ਕਿਉਂਕਿ ਬ੍ਰਿਟਨੀ ਦੇ ਕੇਸ ਦੇ ਵਿੱਚ ਇਵੈਂਚੁਅਲੀ ਜਿਹੜੇ ਬੱਚੇ ਆ ਉਹ ਫਾਦਰ ਦੇ ਕੋਲ ਹੀ ਨੇ। ਆਈ ਬਲੀਵ that he still has primary care of those children. So then spousal support would be a live issue, ਜਿਹਨੂੰ alimony ਕਹਿ ਦਿੰਦੇ ਆ in popular culture. ਫਿਰ ਉਹਦਾ ਮੁੱਦਾ ਵੀ ਉੱਠਦਾ। So alimony ਜਿਹੜੀ ਹੈ ਉਹਨੂੰ ਪ੍ਰੀਨਪ ਦੇ ਵਿੱਚ ਬਹੁਤ ਘੱਟ ਲੋਕ ਪਾਉਂਦੇ ਨੇ। ਓਕੇ। ਰੀਜ਼ਨ ਬੀਇੰਗ ਆਪਾਂ ਨੂੰ ਪਤਾ ਨਹੀਂ ਹੈ ਕਿ ਬੱਚੇ ਹੋਣਗੇ ਕਦੋਂ ਹੋਣਗੇ। ਰਾਈਟ। ਉਹਦਾ ਤੁਸੀਂ ਬੇਸ ਪਾ ਸਕਦੇ ਹੋ, ਲੇਕਿਨ ਮੋਸਟ ਆਫ ਦ ਪੀਪਲ ਜਿਹੜੇ ਸਪਾਊਸਲ ਸਪੋਰਟ ਨੂੰ ਆਪਣਾ ਪ੍ਰੀਨਪ ਦੇ ਵਿੱਚ ਕੈਪਚਰ ਕਰਦੇ ਨੇ ਦੇ ਵੈਰੀ ਹਾਈ ਅਰਨਰਸ। They have high value, so like lawyers or doctors, and that too ਉਹ ਜਿਹੜਾ prenup ਦੇ ਵਿੱਚ ਹੁੰਦਾ ਆ alimony ਦਾ ਉਹ ਇੱਕ ਟਾਈਮ ਵਾਸਤੇ ਹੀ ਤੁਸੀਂ ਲਾਈਕ ਅਗਲੇ 5 ਸਾਲ ਅਗਲੇ 6 ਸਾਲ ਵਾਸਤੇ ਕੁਛ ਨਾ ਕੁਛ ਉਹਦੇ ਚ ਲਿਖ ਸਕਦੇ ਹੋ and then it's reviewed. ਰਾਈਟ। ਕੋਰਟਸ ਵਿੱਚ ਜਾ ਕੇ ਜੀ ਸਮਾਂ ਬੜਾ ਲੱਗ ਜਾਂਦਾ ਹੈਗਾ, ਅਸੀਂ ਦੇਖਦੇ ਹਾਂ, ਲੇਕਿਨ ਇਹ ਪ੍ਰੀਨਪਸ਼ਲ ਐਗਰੀਮੈਂਟ ਜੇਕਰ ਹੋਣ ਤਾਂ ਉਹ ਸਮਾਂ ਵੀ ਬਚਦਾ ਹੈ ਐਂਡ ਹਰਾਸਮੈਂਟ ਐਂਡ ਅਨਡਿਊ ਜਿਹੜਾ ਕ੍ਰਾਈਸਿਸ ਕ੍ਰੀਏਟ ਹੋ ਜਾਂਦਾ ਉਹ ਵੀ ਖਤਮ ਹੋ ਜਾਂਦਾ ਹੈ। ਬਿਲਕੁਲ ਜੀ। ਸੋ ਅਗੇਨ ਲਾਸਟਲੀ ਵਿਦ ਯੋਰ ਐਕਸਪੀਰੀਅੰਸ ਤੁਹਾਡਾ ਕੀ ਮੈਸੇਜ ਹੋਏਗਾ ਖਾਸ ਤੌਰ ਤੇ ਨਵੀਂ ਜਨਰੇਸ਼ਨ ਨੂੰ ਕਿ ਕਿਹੜੀ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਜਦੋਂ ਤੁਸੀਂ ਇਹੋ ਜਿਹੀਆਂ ਐਗਰੀਮੈਂਟਸ ਸਾਈਨ ਕਰਨਾ ਚਾਹੁੰਦੇ ਹੋ ਤੇ ਉਹਦੇ ਵਿੱਚ ਫਰਮ ਯੋਰ ਐਕਸਪੀਰੀਅੰਸ ਵਾਟ ਵੁੱਡ ਯੂ ਲਾਈਕ ਟੂ ਸੇ? ਆਈ ਥਿੰਕ ਅਗਰ ਤੁਹਾਨੂੰ ਤੁਸੀਂ ਰਜ਼ਾਮੰਦੀ ਨਾਲ ਤੈਅ ਕੀਤਾ ਹੈ ਕਿ ਤੁਸੀਂ ਪ੍ਰੀਨਪਸ਼ਲ ਐਗਰੀਮੈਂਟ ਕਰਨਾ ਹੈ ਦੈਨ ਲਾਈਕ ਆਈ ਸੈਡ ਵਕੀਲ ਦੇ ਕੋਲੋਂ ਸਲਾਹ ਲੈ ਕੇ ਦੋਨਾਂ ਨੂੰ ਹੀ ਸਲਾਹ ਲੈਣੀ ਪਏਗੀ। ਇਹ ਨਹੀਂ ਕਿ ਇੱਕ ਬੰਦੇ ਨੇ ਲੈ ਲਈ ਤੇ ਦੂਜੇ ਨੇ ਨਹੀਂ। ਉਹ ਐਗਰੀਮੈਂਟ ਦਾ ਕੋਈ ਮਤਲਬ ਨਹੀਂ ਹੈ। ਦੋਨਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿਸ ਚੀਜ਼ ਤੇ ਸਾਈਨ ਕਰ ਰਹੇ ਨੇ, ਉਹਨਾਂ ਦੇ ਕੀ ਹੱਕ ਨੇ। ਐਂਡ ਨੰਬਰ 2 ਉਹ ਐਗਰੀਮੈਂਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੀ ਐਸੈਟਸ ਨੇ, ਕੀ ਡੈਟਸ ਨੇ। ਰਾਈਟ। ਕਿ ਤੁਹਾਡਾ ਕਿਸ ਮੁੱਦੇ ਤੇ ਤੁਸੀਂ ਇੱਕ ਦੂਜੇ ਨੂੰ ਕਲੈਰਿਟੀ ਦੇ ਰਹੇ ਹੋ, ਕਿਸ ਚੀਜ਼ ਦਾ ਸਨੈਪਸ਼ਾਟ ਕਰ ਰਹੇ ਹੋ। ਪਰ ਦੂਸਰੇ ਪਾਸੇ ਕੀ ਤੁਹਾਨੂੰ 2 ਵਕੀਲ ਚਾਹੀਦੇ ਨੇ ਇਸ ਵਾਸਤੇ? ਅਲੱਗ-ਅਲੱਗ ਵਕੀਲ, ਮੁੰਡੇ ਦਾ ਵਕੀਲ ਅਲੱਗ ਹੋਏਗਾ, ਕੁੜੀ ਦਾ ਵਕੀਲ ਅਲੱਗ ਹੋਏਗਾ, ਇੱਕ ਵਕੀਲ ਨਹੀਂ ਕਰ ਸਕਦਾ? ਨਹੀਂ ਜੀ। ਓਕੇ, ਇੰਟਰਸਟਿੰਗ। ਸੋ ਫਿਰ ਵਕੀਲਾਂ ਦੀ ਆਪਸ ਜੋ ਵੀ ਤੁਹਾਨੂੰ ਦੱਸਿਆ ਜਾ ਰਿਹਾ ਤੁਸੀਂ ਉਹਦੇ ਆਧਾਰ ਦੇ ਉੱਤੇ ਉਹ ਪੇਪਰ ਵਰਕ ਜਿਹੜਾ ਫਰੇਮ ਕਰੋਗੇ। ਐਗਜ਼ੈਕਟਲੀ, ਤਾਂ ਕਿ ਕੱਲ ਨੂੰ ਇੱਕ ਜਣਾ ਤੁਹਾਡੇ ਤੋਂ ਇੱਕ ਜਣਾ ਨਾ ਕਹੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰੇ ਹੱਕ ਕੀ ਨੇ, ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਕਿਸ ਚੀਜ਼ ਤੇ ਸਾਈਨ ਕੀਤਾ। ਤਾਂ ਉਸ ਚੀਜ਼ ਨੂੰ ਅਵੋਇਡ ਕਰਨ ਲਈ ਅਗਰ ਤੁਸੀਂ ਇਹ ਐਫਰਟ ਕਰ ਰਹੇ ਹੋ ਤਾਂ ਅੱਛੇ ਤਰੀਕੇ ਨਾਲ ਕਰੋ। ਦੋਨੋਂ ਜਣੇ ਕਾਨੂੰਨੀ ਸਲਾਹ ਲਓ। ਓਕੇ, ਅੱਛਾ, ਇੱਕ ਚੀਜ਼ ਜਿਹੜੀ ਅਸੀਂ ਗੱਲਬਾਤ ਕੀਤੀ ਲੀਗਲ ਟਰਮਸ ਅਸੀਂ ਕੀਤੀ, ਬਟ ਆਫਟਰ ਆਲ ਹਿਊਮਨ ਬੀਇੰਗਸ ਇਮੋਸ਼ਨਲ ਬੀਇੰਗਸ ਹੁੰਦੇ ਆ। ਵਿਆਹ ਪਹਿਲੀ ਗੱਲ ਤਾਂ ਅੱਜ ਕੱਲ੍ਹ ਬੱਚੇ ਕਰਾ ਹੀ ਨਹੀਂ ਰਹੇ, ਜ਼ਿਆਦਾਤਰ ਉਹ ਕਾਮਨ ਪਾਰਟਨਰ ਦਾ ਜਿਹੜਾ ਨਵਾਂ ਕਨਸੈਪਟ ਆ ਗਿਆ। ਲੇਕਿਨ ਜਿਹੜੇ ਇਸ ਬੰਧਨ ਵਿੱਚ ਬੰਧਨਾ ਚਾਹੁੰਦੇ ਨੇ ਉਹ ਹੁਣ ਉਸ ਏਜ ਤੋਂ ਨਿਕਲ ਗਏ ਨੇ ਬਾਹਰ ਜਿੱਥੇ ਕਿ ਇਨਫੈਚੁਏਸ਼ਨ ਹੁੰਦੀ ਹੈ। ਹੁਣ ਉਹ ਥੋੜ੍ਹੇ ਜਿਹੇ ਜ਼ਿਆਦਾ ਪ੍ਰੈਕਟੀਕਲ ਨੇ ਕਿਉਂਕਿ ਏਜ 30s ਤੋਂ ਬਾਅਦ ਹੀ ਅੱਜ ਕੱਲ੍ਹ ਜੋ ਦੇਖ ਰਹੇ ਸੀ ਵਿਆਹ ਹੋ ਰਹੇ ਨੇ, ਉਹ ਭਾਵੇਂ ਕੁੜੀ ਹੈ ਤੇ ਭਾਵੇਂ ਮੁੰਡਾ ਹੈ। ਬਟ ਡੋਂਟ ਯੂ ਥਿੰਕ ਚੰਦਨ ਜੀ ਕਿ ਇੱਕ ਇਮੋਸ਼ਨਲ ਬੌਂਡਿੰਗ ਜਿਹੜੀ ਹੁੰਦੀ ਹੈਗੀ ਹੈ ਜਿਹੜੀ ਕਿ ਬਣਨੀ ਹੈ ਅਲਟੀਮੇਟਲੀ, ਬਟ ਅਗੇਨ ਇੱਥੇ ਵੀ ਇੱਕ ਗੱਲ ਵੱਖਰੀ ਹੋ ਗਈ ਕਿ ਪਹਿਲਾਂ ਹੀ ਬੱਚੇ ਜਿਹੜੇ ਨੇ ਉਹ 1 2 3 4 ਸਾਲ ਆਪਣੇ ਨਾਲ ਬਿਤਾ ਲੈਂਦੇ ਨੇ ਇਕੱਠੇ ਹੋ ਕੇ। ਪਰ ਜਿਹੜਾ ਇੱਕ ਚਾਮ ਹੁੰਦਾ ਸੀ, ਇੱਕ ਇਮੋਸ਼ਨਲ ਬੌਂਡਿੰਗ ਹੁੰਦੀ ਸੀ ਕਿ ਉਸਨੂੰ ਅਸੀਂ ਪਹਿਲਾਂ ਹੀ ਨਹੀਂ ਖਤਮ ਕਰ ਰਹੇ ਇਹ ਪ੍ਰੀਨਪਸ ਦੇ ਨਾਲ, ਕਿ ਅਸੀਂ ਪਹਿਲਾਂ ਹੀ ਫਾਈਨੈਂਸ ਹੀ ਸਾਡਾ ਪੈਸਾ ਹੀ ਆਧਾਰ ਬਣ ਰਿਹਾ ਇਸ ਰਿਲੇਸ਼ਨਸ਼ਿਪ ਦਾ। ਤੇ ਜੇ ਉਹੀ ਰਿਲੇਸ਼ਨਸ਼ਿਪ ਹੋਏਗੀ ਜਿਹਦੇ 'ਚ ਕਿ ਬੱਚਾ ਬੱਚੀ ਦੋਨੋਂ ਹੀ ਕਮਾ ਰਹੇ ਨੇ ਤੇ ਕੀ ਅਲਟੀਮੇਟਲੀ ਜਾ ਕੇ ਉਹਨਾਂ ਦੇ ਮਾਈਂਡ ਦੇ ਵਿੱਚ ਤੁਸੀਂ ਨਹੀਂ ਸਮਝਦੇ ਐਜ਼ ਅ ਵੂਮਨ ਆਲਸੋ, ਐਜ਼ ਅ ਲੇਡੀ ਆਲਸੋ, ਕਿ ਇਹ ਚੀਜ਼ ਜਿਹੜੀ ਹੈਗੀ ਹੈ ਇੱਕ ਪਹਿਲਾਂ ਹੀ ਕ੍ਰੀਏਟ ਕਰਤਾ ਹੈ ਕਿ ਇਨਵਾਇਰਮੈਂਟ ਜਿੱਥੇ ਕਿ ਪਤਾ ਹੈ ਕਿ ਯਾਰ ਜੇ ਦੁਖਦਾ ਹੈ ਟੁੱਟਦਾ ਵੀ ਹੈਗਾ ਹੈ ਤਾਂ ਕੋਈ ਗੱਲ ਨਹੀਂ, ਸਾਨੂੰ ਪਤਾ ਹੈ ਸਾਡੇ ਕੋਲ ਕੀ ਆਉਣਾ ਹੈਗਾ। ਸੋ ਇੱਕ ਜਿਹੜੀ ਬੌਂਡਿੰਗ ਸੀ, ਇੱਕ ਜਿਹੜਾ ਇਨਵਾਇਰਮੈਂਟ ਅਸੀਂ ਕ੍ਰੀਏਟ ਕਰਦੇ ਸੀ ਪਿਆਰ ਮੁਹੱਬਤ ਦਾ, ਕੀ ਉਹ ਸਾਰਾ ਚੇਂਜ ਨਹੀਂ ਹੋ ਗਿਆ ਤੇ ਸਿਰਫ ਹੁਣ ਪੈਸਾ ਹੀ ਪ੍ਰਮੁੱਖ ਹੋ ਗਿਆ? Very loaded question. ਜੀ। I don't think so. I think ਜਿੱਦਾਂ ਤੁਸੀਂ ਕਿਹਾ ਹੈ ਕਿ ਆਪਾਂ ਏਜ ਦੇ ਨਾਲ I think maturity level ਜੀ
ਤੇ ਪ੍ਰਾਇੋਰਟੀਜ਼ ਬਦਲਦੀਆਂ ਨੇ। ਅਗਰ ਇਹੀ ਕੁਐਸਚਨ ਤੁਸੀਂ ਮੈਨੂੰ ਮੇਰੀ 20s 'ਚ ਪੁੱਛਦੇ, ਮੇਰਾ ਬਹੁਤ ਡਿਫਰੈਂਟ ਆਨਸਰ ਹੋਣਾ ਸੀ ਜੀ ਅੱਜ ਮੈਂ ਆਪਣੀ 40s ਦੇ ਵਿੱਚ ਆ। ਜੀ ਮੈਨੂੰ ਕੋਈ ਅੱਜ ਇਹ ਸਵਾਲ ਤੁਸੀਂ ਮੈਨੂੰ ਪੁੱਛਿਆ ਦੈਨ ਮੈਂ ਕਹਾਂਗੀ ਕਿ no there's nothing wrong with a prenup। ਉਹਦੇ ਨਾਲ ਇਮੋਸ਼ਨਲ ਬੌਂਡਿੰਗ ਇੱਕ ਕਾਗਜ਼ਾਤ ਦੇ ਨਾਲ ਕੋਈ ਡਿਟਰਮੀਨੇਸ਼ਨ ਨਹੀਂ ਹੁੰਦੀ ਤੁਹਾਡੀ ਇਮੋਸ਼ਨਲ ਬੌਂਡਿੰਗ। ਆਈ ਡੋਂਟ ਥਿੰਕ ਸੋ, ਬਟ ਇਹ ਮੈਂ ਆਪਣੇ 20 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਬੋਲ ਰਹੀ ਹਾਂ। ਮੇਬੀ ਇਨ ਮਾਈ 20s ਮੈਂ ਤੁਹਾਡੇ ਨਾਲ ਸਹਿਮਤ ਹੋਣਾ ਸੀ ਕਿ ਹਾਂ ਵੀ ਇਹ ਪੇਪਰ ਦਾ ਕੀ ਮਤਲਬ ਹੈ, ਰਾਈਟ, ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ। ਬਟ today sitting with my life experience, Right. I would say no, it has nothing to do with love absolutely, or the trust। ਜਦੋਂ ਅਸੀਂ ਕਿਸੇ ਵੀ ਰਿਸ਼ਤੇ ਵਿੱਚ ਬੰਦੇ ਆ, especially ਇੱਕ ਹਸਬੈਂਡ ਵਾਈਫ ਦਾ ਰਿਸ਼ਤਾ, ਜੀ ਅਸੀਂ ਇਹ ਨਹੀਂ ਜਦੋਂ ਉੱਥੇ ਬੈਠੇ ਹੁੰਨੇ ਆ ਉਹ ਜੋੜਨ ਵਾਸਤੇ ਇਹ ਸੋਚ ਕੇ ਨਹੀਂ ਉੱਥੇ ਬੈਠੇ ਹੁੰਦੇ ਕਿ ਹਾਂ ਵੀ ਚੱਲ ਡਿਵੋਰਸ ਹੋਏਗਾ। no, ਹਰੇਕ most I would say right, people enter into a marriage with good intentions। absolutely, ਔਰ ਇੱਕ ਕਾਗਜ਼ ਦਾ ਟੁਕੜਾ ਉਹਨਾਂ ਇੰਟੈਂਸ਼ਨਸ ਨੂੰ I don't think invalidate ਕਰਦਾ ਹੈ। right। ਪਰ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਇਸ ਗੱਲ ਦੇ, ਕਿਉਂਕਿ ਅਸੀਂ ਆਪਣੀ ਕਮਿਊਨਿਟੀਜ਼ ਦੇਖਦੇ ਹਾਂ ਕਿ ਬਹੁਤ ਸਾਰੇ ਸਾਡੇ ਪ੍ਰੋਬਲਮਸ ਜਿਹੜੇ ਹੈਗੇ ਨੇ ਕਮਿਊਨਿਟੀ ਦੇ ਵਿੱਚ ਇਹ ਨੇ ਕਿ ਅਸੀਂ ਵਰਬਲੀ ਗੱਲਾਂ ਬਾਤਾਂ ਕਰ ਲੈਂਦੇ, ਕੋਈ ਬਿਜ਼ਨਸ ਸ਼ੁਰੂ ਕਰਨਾ ਹੈ, ਕੋਈ ਪਾਰਟਨਰਸ਼ਿਪ ਕਰਨੀ ਹੈ, ਕੋਈ ਨਹੀਂ, ਪਹਿਲਾਂ ਸਾਨੂੰ ਅਸੀਂ ਕਹਿੰਦੇ ਗੱਲ ਹੀ ਕੋਈ ਨਹੀਂ ਬਿਕਾਜ਼ ਐਵਰੀਥਿੰਗ ਇਜ਼ ਰੋਜ਼ੀ, ਬਟ ਵੈਨ ਐਕਚੁਅਲ ਲਾਈਫ ਹੈਪਨਸ ਫਿਰ ਜਦੋਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਤਾਂ ਫਿਰ ਪ੍ਰੋਬਲਮ ਆਉਂਦੀ ਹੈ, ਤੇ ਫਿਰ ਜਦੋਂ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਇੱਥੋਂ ਤੱਕ ਸਮਾਂ ਆ ਜਾਂਦਾ ਹੈ ਕਿ ਤੁਸੀਂ ਕਿਸੇ ਦਾ ਮੂੰਹ ਵੀ ਨਹੀਂ ਦੇਖਣਾ ਚਾਹੁੰਦੇ। ਬਿਲਕੁਲ। ਔਰ ਆਈ ਥਿੰਕ ਆਪਣੇ ਕੋਰਟ ਸਿਸਟਮ ਦੇ ਵਿੱਚ our court system is rife, it is full of cases husband wife ਹੀ ਨਹੀਂ ਤਾਂ ਤੁਸੀਂ ਕਿਹਾ ਹੈ ਕਿ ਤੁਹਾਡੇ ਨਾਲ ਦੇ ਜੰਮੇ ਹੋਏ ਭੈਣ ਭਰਾਵਾਂ ਦੇ ਕੇਸ ਨੇ, ਬਿਲਕੁਲ, ਉਹਨਾਂ ਨੇ ਇਨਵੈਸਟਮੈਂਟਸ ਕੀਤੀਆਂ ਨੇ ਪਰ ਕੁਝ ਲਿਖਤੀ ਹੈ ਨਹੀਂ, ਫਿਰ ਕੋਈ ਮਿਸਅੰਡਰਸਟੈਂਡਿੰਗ ਹੁੰਦੀ ਹੈ ਐਂਡ ਹੁਣ ਕੋਰਟ ਦੇ ਵਿੱਚ ਇੱਕ ਦੂਜੇ ਦੇ ਨਾਲ ਲੜ ਰਹੇ ਨੇ। ਰਾਈਟ, ਸੋ I don't to come back to the prenuptial, ਇੱਕ prenuptial ਤੇ ਸਾਈਨ ਕਰਨ ਦੇ ਨਾਲ I don't think ਤੁਸੀਂ ਆਪਣੀ ਇਮੋਸ਼ਨਲ ਬੌਂਡਿੰਗ ਨੂੰ ਖਤਮ ਕਰ ਰਹੇ ਹੋ। ਇੱਕ ਪ੍ਰੈਕਟੀਕਲ ਡਿਸੀਜਨ ਹੈ ਐਂਡ I think ਇਹ ਗੱਲਾਂ ਜਿਹੜੀਆਂ ਨੇ ਉਹ ਤਜਰਬਾ ਤੇ ਉਮਰ ਦੇ ਨਾਲ ਤੁਹਾਨੂੰ ਸਮਝ ਆਉਂਦੀਆਂ ਨੇ। ਐਬਸੋਲੂਟਲੀ, ਐਬਸੋਲੂਟਲੀ, ਨੋ ਆਈ ਐਪਰੀਸ਼ੀਏਟ ਐਬਸੋਲੂਟਲੀ, ਕਿਉਂਕਿ ਅੱਜ ਦਾ ਜ਼ਮਾਨਾ ਬਦਲ ਰਿਹਾ ਹੈ, ਇਸ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਹੈਗੇ ਨੇ, ਸਿਰਫ ਫਾਈਨੈਂਸ਼ੀਅਲ ਇਸ਼ੂਜ਼ ਨਹੀਂ ਹੈਗੇ, ਜਿਸ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਐਂਡ ਜੇਕਰ ਬੱਚੇ ਪਹਿਲਾਂ ਹੀ ਤਿਆਰੀ ਕਰ ਲੈਣ ਤਾਂ ਉਸ ਨਾਲ ਬਾਅਦ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਸ ਤੋਂ ਬਚ ਸਕਣਗੇ, ਜਿਹੜਾ ਕਿ ਅਸੀਂ ਦੇਖਦੇ ਹਾਂ ਜਦੋਂ ਕਮਿਊਨਿਟੀ ਨਹੀਂ ਕੁਝ ਐਸਾ ਕਰਦੀ ਤੇ ਬਾਅਦ ਦੇ ਵਿੱਚ ਕੋਰਟਾਂ ਦੇ ਹੀ ਧੱਕੇ ਰਹਿ ਜਾਂਦੇ ਨੇ, ਜਦ ਕਿ ਇਹ ਫਾਸਟ ਕੰਮ ਹੋ ਜਾਂਦਾ ਹੈ ਜੋ ਵੀ ਤੁਸੀਂ ਸੋਲਵ ਕਰਨਾ ਹੈ, ਕਿਉਂਕਿ ਹੁਣ ਸਾਡੀ ਕਮਿਊਨਿਟੀ ਵਿੱਚ ਵੀ ਡਿਵੋਰਸ ਕੋਈ ਟੈਬੂ ਨਹੀਂ ਰਹਿ ਗਿਆ ਹੈਗਾ, ਇਹ ਹਕੀਕਤ ਹੈਗੀ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਇਹ ਐਕਸੈਪਟੇਬਲ ਹੋ ਰਿਹਾ ਹੈ ਕਿ ਜੇਕਰ ਤੁਹਾਡੀ ਨਹੀਂ ਬਣ ਰਹੀ ਤਾਂ ਇਟਸ ਬੈਟਰ ਕਿ ਤੁਸੀਂ ਲੀਵ ਕਰਕੇ ਆਪਣੀ ਜ਼ਿੰਦਗੀ ਬਿਤਾਓ, ਬਜਾਏ ਕਿ ਅਸੀਂ ਜਿਹੜੇ ਇੰਸੀਡੈਂਟ ਸੁਣਨੇ ਆ ਜਿੱਥੇ ਕਿ ਮਾਰ ਦਿੱਤਾ ਗਿਆ ਜਾਂ ਕੋਈ ਹੋਰ ਜੁਰਮ ਕਰ ਦਿੱਤਾ ਗਿਆ। ਸੋ ਇਟਸ ਬੈਟਰ ਟੂ ਬੀ ਸੇਫਰ ਦੈਨ ਟੂ ਰਿਗਰੈਟ ਲੇਟਰ ਔਨ। I agree with you 100%। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਪਰਸਪੈਕਟਿਵ ਆਪਣਾ ਦੇਣ ਲਈ ਇਸ ਵਿਸ਼ੇ ਦੇ ਉੱਤੇ, ਤੇ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਨੇ ਜ਼ਰੂਰ ਇਸ ਤੋਂ ਬੈਨੀਫਿਟ ਲੈਣਗੇ। ਥੈਂਕ ਯੂ ਫॉर ਯਰ ਟਾਈਮ। ਧੰਨਵਾਦ ਜੀ। ਸੋ ਅੱਜ ਇਸ ਵਿਸ਼ੇ ਤੇ ਅਸੀਂ ਗੱਲਬਾਤ ਕੀਤੀ ਹੈ ਜੀ, ਇਹ ਲੱਗਦੀ ਤਾਂ ਥੋੜੀ ਔਖੀ ਹੈ ਲੇਕਿਨ ਇੱਕ ਹਕੀਕਤ ਹੈਗੀ ਹੈ। ਅੱਜ ਜ਼ਮਾਨਾ ਬਦਲ ਰਿਹਾ ਬੜੀ ਤੇਜ਼ੀ ਦੇ ਨਾਲ, ਤੇ ਜ਼ਮਾਨੇ ਦੇ ਬਦਲਣ ਦੇ ਨਾਲ ਸਾਨੂੰ ਵੀ ਆਪਣੀ ਸੋਚ ਵਿੱਚ ਬਦਲਾਅ ਦੀ ਲੋੜ ਹੈ। ਜੇਕਰ ਉਹ ਬਦਲਾਅ ਨਹੀਂ ਲਿਆਂਗੇ ਤਾਂ ਬਾਅਦ ਦੇ ਵਿੱਚ ਜਿਹੜੇ ਚੈਲੰਜਸ ਆਉਂਦੇ ਨੇ ਫਿਰ ਅਸੀਂ ਕੋਸਦੇ ਹਾਂ ਇੱਕ ਦੂਸਰੇ ਨੂੰ ਕਿ ਜੀ ਪਹਿਲਾਂ ਕਿਉਂ ਨਹੀਂ ਅਸੀਂ ਇਹ ਕਰ ਲਿਆ। ਤਾਂ ਜਦੋਂ ਅਸੀਂ ਦੇਖ ਰਹੇ ਹਾਂ ਆਸ-ਪਾਸ ਕੀ ਚੱਲ ਰਿਹਾ ਹੈ ਫਿਰ ਅੱਖਾਂ ਮੀਚ ਕੇ ਬੈਠਣਾ ਕਿ ਇਹ ਸਹੀ ਹੋਏਗਾ। ਇਸੀ ਇਸ਼ੂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ ਕਿ ਬੈਟਰ ਇਨਫੋਰਮਡ, ਲੀਗਲੀ ਅਵੇਅਰਨੈਸ ਲਿਆ ਕੇ ਆਪਣੇ ਜੀਵਨ ਦੇ ਵਿੱਚ ਬਿਹਤਰ ਤਰੀਕੇ ਨਾਲ ਅਸੀਂ ਆਪਣਾ ਜੀਵਨ ਬਿਤਾ ਸਕਦੇ ਹਾਂ, ਤੇ ਬੱਚੇ ਜਿਹੜੇ ਨੇ ਇੱਕ ਖੁਸ਼ਹਾਲ ਜੀਵਨ ਜੋ ਹੈ ਬਤੀਤ ਕਰ ਸਕਦੇ ਨੇ ਜੇਕਰ ਪਹਿਲਾਂ ਹੀ, ਕਿਉਂਕਿ ਅੱਜ ਉਹ ਗੱਲ ਤਾਂ ਰਹਿ ਨਹੀਂ ਗਈ ਕਿ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਇੱਕ ਦੂਸਰੇ ਬਾਰੇ। ਜ਼ਿਆਦਾਤਰ ਬੱਚੇ ਇੱਕ ਦੂਸਰੇ ਨਾਲ ਪਹਿਲਾਂ ਸਮਾਂ ਬਿਤਾਉਂਦੇ ਨੇ, 2-2, 3-3, 4-4 ਸਾਲ ਇਕੱਠੇ ਰਹਿੰਦੇ ਹੈਗੇ ਨੇ, ਤੇ ਉਸ ਤੋਂ ਬਾਅਦ ਫਿਰ ਵਿਆਹ ਦਾ ਫੈਸਲਾ ਕਰਦੇ ਨੇ। ਤਾਂ ਜੇਕਰ ਪਹਿਲਾਂ ਹੀ ਇਹ ਸਭ ਕੁਝ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਗੱਲ ਨਾ ਛੁਪੀ ਰਹੇ ਤੇ ਕਲੈਰਿਟੀ ਹੋਵੇ ਤਾਂ ਉਹਨਾਂ ਵਾਸਤੇ ਹੀ ਬਿਹਤਰ ਹੋਏਗੀ। ਪ੍ਰੋਗਰਾਮ ਦੀ ਕਰਦੇ ਜਿੱਥੇ ਹੀ ਸਮਾਪਤੀ। ਮੇਰੇ ਨਾਲ ਸੰਪਰਕ ਕਰਨਾ ਹੋਏ ਤਾਂ 604-603-7555 604-603-7555 ਤੇ ਤੁਸੀਂ WhatsApp ਰਾਹੀਂ ਸੰਪਰਕ ਕਰ ਸਕਦੇ ਹੋ। ਕੋਈ ਫੀਡਬੈਕ ਹੋਏ ਜਾਂ ਕੋਈ ਵਿਸ਼ਾ ਜਿਸ ਦੇ ਬਾਰੇ ਤੁਸੀਂ ਸਮਝਦੇ ਹੋ ਵਿਚਾਰ ਵਟਾਂਦਰਾ ਕਰਨਾ ਲਾਜ਼ਮੀ ਬੰਦਾ ਹੈ ਤਾਂ ਜੀ ਜ਼ਰੂਰ ਸੰਪਰਕ ਕਰਨਾ, ਔਰ ਯੂ ਕੈਨ ਈਮੇਲ ਮੀ at harpreetsingh@gmail.com। ਲੈਣਾ ਆ ਗਿਆ। ਹੈਵ ਅ ਵੰਡਰਫੁਲ ਡੇ।
ਹੈ।